गुर फतेह दी सांझ पाओ सारे आखो जी। वाहिगुरु जी का खालसा वाहिगुरु जी की फतेह। बाबे किਆਂ ਅਤੇ ਬਾਬਰ ਕਿਆਂ ਦੇ ਵਿੱਚ ਜਦੋਂ ਤੋਂ ਮੇਰੇ ਗੁਰਦੇਵ ਪਿਤਾ ਜੀ ਨੇ ਨਿਰੰਕਾਰ ਨੇ ਸੰਸਾਰ ਅੰਦਰ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਚ ਦੀ ਆਵਾਜ਼ ਬੁਲੰਦ ਕਰਨ ਵਾਸਤੇ ਭੇਜਿਆ ਤੇ ਸੱਚ ਜਾਣਨ ਨਾਲ ਹੀ ਸੱਚ ਦੇ ਵਿਰੋਧੀ ਵੀ ਉਸ ਵੇਲੇ ਤੋਂ ਹੀ ਨਾਲ ਪੈਦਾ ਹੋ ਗਏ, ਸੱਚ ਦਾ ਵਿਰੋਧ ਕਰਨ ਵਾਲੇ ਵੀ। ਸੱਚ ਸਾਰਿਆਂ ਨੂੰ ਚੰਗਾ ਨਹੀਂ ਲੱਗਦਾ। ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਦੇ ਬਚਨ ਤੁਸੀਂ ਗੌੜੀ ਕੀ ਵਾਰ ਵਿੱਚ ਸਰਵਣ ਕਰਦੇ ਹੋ। ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਤੇ ਉੱਥੇ ਬੈਠਣ ਦਾ ਨਾ ਬੈਠਣ ਦਾ ਕਾਰਨ ਵੀ ਦੱਸਿਆ। ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਓਏ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਗੇ ਕੁੜਿਆਰਾਂ ਪਾਸ। ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ। ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਭਾਈ ਗੁਰਦਾਸ ਜੀ ਨੇ ਇਸ ਦੀ ਵਿਆਖਿਆ ਕੀਤੀ ਆਪਣੀ ਕੁਵਾਰ ਦੀ ਪੌੜੀ ਦੀ ਕੇਵਲ ਇੱਕ ਪੰਕਤੀ। ਸੱਚ ਸੰਪੂਰਨ ਨਿਰਮਲਾ ਤਿਸ ਵਿੱਚ ਕੂੜ ਨ ਰਲਦਾ ਰਾਈ। ਸੱਚ ਆਪਣੇ ਆਪ ਵਿੱਚ ਸੰਪੂਰਨ ਹੈ। ਇਹਦੇ ਵਿੱਚ ਰੰਚਕ ਮਾਤਰ ਵੀ ਜੇ ਆਖੇ ਨਾ ਕੂੜ ਨੂੰ ਅਸੀਂ ਰਲਾ ਕੇ ਰੱਖੀਏ ਤੇ ਸੱਚ ਵਿੱਚ ਕਦੀ ਕੂੜ ਰਲ ਗੱਡ ਨਹੀਂ ਹੁੰਦਾ। ਤੇ ਮੇਰੇ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉਹ ਪਾਵਨ ਬਚਨ ਜਿਹੜੇ ਇਹਨਾਂ ਨੇ ਭਾਈ ਲਾਲੋ ਨੂੰ ਐਮਨਾਬਾਦ ਦੀ ਧਰਤੀ ਤੇ ਸੰਬੋਧਨ ਹੁੰਦਿਆਂ ਇਹ ਆਖੇ ਸਨ। ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਨਾਏ ਸੀ ਸੱਚ ਕੀ ਬੇਲਾ। ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਬਾਕੀ ਗੁਰੂ ਸਾਹਿਬਾਨਾਂ ਨੇ ਇੱਕ ਮੈਂ ਬੇਨਤੀ ਕਰ ਦੇਵਾਂ, ਕਿਸੇ ਧਰਮ ਦਾ ਵਿਰੋਧ ਨਹੀਂ ਕੀਤਾ। ਨਾ ਜੋਗ ਮਤ ਦਾ, ਨਾ ਹਿੰਦੂ ਮਤ ਦਾ, ਨਾ ਇਸਲਾਮ ਮਤ ਦਾ। ਹਾਂ ਇੱਕ ਗੱਲ ਜ਼ਰੂਰ ਹੈ, ਜਿਨ੍ਹਾਂ ਨੇ ਇਹ ਧਾਰਮਿਕ ਪਹਿਰਾਵਾ ਪਹਿਨ ਕੇ ਜਿਹੜੇ ਲੋਕਾਈ ਨੂੰ ਠੱਗਦੇ ਸਨ, ਲੋਕਾਈ ਨੂੰ ਲੁੱਟਦੇ ਸਨ, ਮੇਰੇ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਉਹਨਾਂ ਨੂੰ ਕੋਈ ਨਹੀਂ ਬਖਸ਼ਿਆ। ਤੇ ਯਾਦ ਰੱਖਣਾ, ਧੰਨ ਗੁਰੂ ਨਾਨਕ ਪਿਤਾ ਜੀ ਨੇ ਕਦੀ ਵੀ ਕਿਸੇ ਦੁਨਿਆਵੀ ਬਾਦਸ਼ਾਹ ਦੀ ਇੱਥੇ ਚਾਪਲੂਸੀ ਵੀ ਕੋਈ ਨਹੀਂ ਜੇ ਕੀਤੀ। ਇਹ ਖਿਆਲ ਕਰਿਓ, ਮੇਰਾ ਗੁਰੂ ਜੇ ਚਾਪਲੂਸ ਹੈ ਤੇ ਉਸ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਕਹਿ ਕੇਵਲ ਉਸ ਦੀ ਹੀ ਮੇਰੇ ਗੁਰਦੇਵ ਪਿਤਾ ਜੀ ਆਪਣੇ ਆਪ ਨੂੰ ਉਹਦਾ ਮੁਤਾਜ ਦੱਸਦੇ ਨੇ। ਗੁਰੂ ਕੇ ਪਿਆਰ ਵਾਲਿਓ, ਅਸੀਂ ਵੀ ਅੱਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਪਿਤਾ ਜੀ ਦਾ ਪਾਵਨ ਸ਼ਹੀਦੀ ਪੁਰਬ ਮਨਾ ਰਹੇ ਹਾਂ। ਇੱਥੋਂ ਇੱਕ ਸੇਧ ਲੈ ਕੇ ਜਾਇਓ, ਆਪਣੇ ਜੀਵਨ ਦੇ ਅੰਦਰ ਹੋਰ ਕਿਸੇ ਦੇ ਮੁਤਾਜ ਨਹੀਂ ਜੇ ਅਸੀਂ ਹੋਣਾ। ਜਿਨ੍ਹਾਂ ਦੇ ਬਚਨ ਪੜ੍ਹਦੇ ਹੋ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ। ਜਦੋਂ ਤੂੰ ਮੇਰੇ ਵੱਲ ਤੇ ਮੈਨੂੰ ਮੁਤਾਜਗੀ ਦੀ ਕਾਹਦੀ ਲੋੜ। ਇਹ ਤੇ ਨਿਰੰਕਾਰ ਦੇ ਬਾਰੇ ਤੇ ਗੁਰੂ ਅਰਜਨ ਦੇ ਪਿਤਾ ਜੀ ਦਾ ਭੈਰੋ ਰਾਗ ਅੰਦਰ ਸ਼ਬਦ ਹੈ, ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਇਹ ਮੇਰੇ ਸਤਿਗੁਰੂ ਦੀ ਸੱਚੀ ਮਰਿਆਦਾ ਹੈ, ਸੱਚੀ ਬਨਾਵਟ ਹੈ ਕਿ ਮੇਰਾ ਗੁਰੂ ਇਹ ਨਹੀਂ ਜੇ ਪਹਿਲੇ ਜਾਮੇ ਵਿੱਚ ਕਿਸੇ ਦੀ ਮੁਤਾਜੀ ਨਹੀਂ ਕੀਤੀ ਤੇ ਕਿਸੇ ਹੋਰ ਜਾਮੇ ਵਿੱਚ ਜਾ ਕੇ ਕੀਤੀ। ਜੋਤ ਤੇ ਉਹੀ ਹੈ ਨਾ, ਜੋਤ ਉਹਾ ਜੁਗਤ ਸਾਏ ਸ਼ਹਿਕਾਇਆ ਫੇਰ ਪਲਟੀ ਹੈ। ਮੇਰੇ ਗੁਰੂ ਨਾਨਕ ਪਿਤਾ ਨੇ ਜਦੋਂ ਬਾਬਰ ਨੂੰ ਵੇਖਿਆ ਸੀ ਨਾ ਜ਼ੁਲਮ ਕਰਦੇ ਆ ਲੋਕਾਂ ਦੇ ਉੱਤੇ, ਤੇ ਮੇਰੇ ਗੁਰਦੇਵ ਪਿਤਾ ਨੇ ਉਸ ਵੇਲੇ ਰਾਜੇ ਸ਼ੀ ਮੁਕੱਦਮ ਕੁੱਤੇ ਕਿਹਾ ਸੀ। ਇਹ ਚੇਤੇ ਰੱਖਣਾ, ਸੱਚ ਕਿਹਾ ਸੀ, ਬਾਬਰ ਤੂੰ ਜਾਬਰ ਹੈ। ਭਾਵੇਂ ਇਹਦੇ ਬਦਲੇ ਮੇਰੇ ਗੁਰਦੇਵ ਪਿਤਾ ਜੀ ਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ, ਧੰਨ ਗੁਰੂ ਨਾਨਕ ਪਿਤਾ ਨੂੰ ਜਾਣਾ ਪਿਆ, ਚੱਕੀਆਂ ਵੀ ਚਲਾਉਣੀਆਂ ਪਈਆਂ, ਸਭ ਕੁਝ ਕਰਨਾ ਪਿਆ। ਭਾਵੇਂ ਕਿ ਬਾਬਰ ਨੇ ਬਾਅਦ 'ਚ ਰਿਹਾ ਕਰ ਦਿੱਤਾ। ਭਾਈ ਕਾਹਨ ਸਿੰਘ ਜੀ ਨਾਭਾ ਨੇ ਉਹ ਜਿਹੜੀ ਪੰਕਤੀ ਆਉਂਦੀ ਹੈ ਨਾ ਸ਼ਲੋਕ 12 ਤੇ ਵਧੀਕ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਲੋਕਾਂ ਵਿੱਚ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ।
फिर अगे महला तीजा, लाहौर ਅੰਮ੍ਰਿਤਸਰ ਸਿਫਤੀ ਦਾ ਘਰ। ਕਹਿੰਦੇ ਨੇ ਸਤਿਗੁਰਾਂ ਨੇ ਉੱਥੇ ਬਾਬਰ ਦਾ ਜਦੋਂ ਜ਼ੁਲਮ ਹੁੰਦਾ ਵੇਖਿਆ ਸੀ ਨਾ, ਉਸ ਵੇਲੇ ਇਹ ਬਚਨ ਉਚਾਰਨ ਕੀਤੇ ਸਨ। ਅੱਗ ਲਗਾਈ ਗਈ ਸੀ, ਲਾਹੌਰ ਨੂੰ ਸਾੜਿਆ ਗਿਆ ਸੀ ਬਾਬਰ ਵੱਲੋਂ। ਪਰ ਯਾਦ ਰੱਖਣਾ, ਮੇਰੇ ਗੁਰਦੇਵ ਪਿਤਾ ਜੀ ਉਸ ਵੇਲੇ ਵੀ ਚੁੱਪ ਕਰਕੇ ਨਹੀਂ ਬੈਠੇ, ਬਾਬਰ ਨੂੰ ਵੀ ਉਹਨਾਂ ਨੇ ਜਾਬਰ ਕਹਿ ਦਿੱਤਾ। ਲੋਕ ਤੁਸੀਂ ਰਾਜੇ ਹੋ, ਰਾਜਿਆਂ ਦਾ ਕੰਮ ਲੋਕਾਂ ਤੇ ਜ਼ੁਲਮ ਕਰਨੀ ਹੁੰਦਾ। ਇਸੇ ਕਰਕੇ ਹੀ ਮੈਂ ਜੋ ਸ਼ੁਰੂਆਤ ਕੀਤੀ ਸੀ ਬਾਬਰ ਕਿਆਂ ਤੇ ਬਾਬੇ ਕਿਆਂ ਦੇ ਵਿੱਚ ਟਕਰਾਅ ਸ਼ੁਰੂ ਤੋਂ ਚੱਲਦਾ ਰਿਹਾ। ਧੰਨ ਗੁਰੂ ਅੰਗਦ ਸਾਹਿਬ ਪਿਤਾ ਜੀ ਗੱਦੀ ਤੇ ਬਿਰਾਜਮਾਨ ਹੋਏ। ਅੱਜ ਜਦੋਂ ਹਮਾਯੂੰ ਸ਼ੇਰ ਸ਼ਾਹ ਸੂਰੀ ਕੋਲੋਂ ਖਾਰ ਖਾ ਕੇ ਉਧਰੋਂ ਲੰਘ ਰਿਹਾ ਸੀ, ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਿਆ, ਮੇਰੇ ਗੁਰਦੇਵ ਆਪਣੀ ਮਸਤੀ ਵਿੱਚ ਸਤਿਗੁਰ ਗੁਰਦੇਵ ਪਿਤਾ ਜੀ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਨੇ। ਪਰਵਾਹ ਨਹੀਂ ਕੀਤੀ ਹੁਮਾਯੂੰ ਦੀ। ਤੇ ਇਤਿਹਾਸ ਕਹਿੰਦਾ ਹੈ ਹੁਮਾਯੂੰ ਦਾ ਉਸ ਵੇਲੇ ਆਪਣਾ ਜਿਹੜਾ ਹੱਥ ਹੈ ਨਾ ਤਲਵਾਰ ਦੀ ਮੁੱਠੀ ਤੇ ਚਲਾ ਗਿਆ। ਆਖਣ ਲੱਗਾ ਮੇਰਾ ਸਨਮਾਨ ਹੀ ਕੋਈ ਨਹੀਂ ਕੀਤਾ। ਸਤਿਗੁਰੂ ਨੇ ਉਸ ਵੇਲੇ ਕਿਹਾ ਸੀ, ਹੁਮਾਯੂੰ ਗੁਰੂ ਨਾਨਕ ਦੇ ਘਰ ਤੇ ਤਲਵਾਰ ਉਠਾਉਂਦੇ ਤੈਨੂੰ ਸ਼ਰਮ ਨਹੀਂ? ਤੇਰਾ ਹੱਥ ਉੱਤੇ ਚਲਾ ਗਿਆ ਤੇ ਉਥੋਂ ਮੈਦਾਨੇ ਜੰਗ ਵਿੱਚੋਂ ਹਾਰ ਕੇ ਤੂੰ ਇੱਥੇ ਆਇਆ। ਉਸ ਵੇਲੇ ਵੀ ਹੁਮਾਯੂੰ ਜਿਹੜਾ ਗੁਰਦੇਵ ਪਿਤਾ ਨੇ ਕਦੀ ਵੀ ਇਹ ਚੇਤੇ ਰੱਖਣਾ, ਜੋ ਮੈਂ ਪਹਿਲਾਂ ਬੇਨਤੀ ਕੀਤੀ ਸੀ, ਸਤਿਗੁਰੂ ਗੁਰਦੇਵ ਪਿਤਾ ਜੀ ਕਿਸੇ ਵੀ ਬਾਦਸ਼ਾਹ ਜਾਂ ਆਪਾਂ ਜਿਹੜੇ ਹੋਰ ਆਲੇ ਵਾਲੇ ਲੋਕ ਸਨ, ਸਤਿਗੁਰੂ ਗੁਰਦੇਵ ਪਿਤਾ ਜੀ ਦੇ ਇੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਨਿਰੰਕਾਰ ਨੇ ਡਿਊਟੀ ਲਗਾਈ। ਤੇ ਇਹ ਜੋਤ ਜਦੋਂ ਤੀਜੇ ਜਾਮੇ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਦੇ ਵਿੱਚ ਇਹ ਜੋਤ ਗੁਰਜੋਤ ਪਹੁੰਚੇ, ਉਸ ਵੇਲੇ ਅਕਬਰ ਬਾਦਸ਼ਾਹ ਦਾ ਰਾਜ ਹੋ ਗਿਆ ਸੀ। ਚੇਤੇ ਰੱਖਣਾ, ਜਿੰਨੀ ਦੇਰ ਤੱਕ ਅਕਬਰ ਬਾਦਸ਼ਾਹ ਦਾ ਰਾਜ ਰਿਹਾ ਹੈ, ਉਸ ਵੇਲੇ ਤੱਕ ਮਾਹੌਲ ਜਿਹੜਾ ਸ਼ਾਂਤ ਰਿਹਾ ਹੈ। ਕਈ ਵਾਰੀ ਜਿਹੜਾ ਅਕਬਰ ਬਾਦਸ਼ਾਹ ਦਾ ਇੱਕ ਦਰਬਾਰੀ, ਜਿਹਨੂੰ ਬੀਰਬਲ ਕਿਹਾ ਜਾਂਦਾ, ਜਿਹਦਾ ਨਾਮ ਮਹੇਸ਼ ਦਾਸ ਦੱਸਿਆ ਜਾਂਦਾ ਹੈ ਸੀ ਉਹ ਵੀ ਛਾਤਰ ਬ੍ਰਾਹਮਣ ਧਰਮ ਦੇ ਵਿੱਚੋਂ। ਉਹਨੇ ਵੀ ਕਈ ਵਾਰੀ ਬੜੀਆਂ ਸ਼ਿਕਾਇਤਾਂ ਲਗਾਈਆਂ, ਪਰ ਉਹਨੂੰ ਮੂੰਹ ਦੀ ਖਾਣੀ ਪਈ। ਅਕਬਰ ਇੱਥੋਂ ਤੱਕ ਗੁਰੂ ਦਰਬਾਰ ਵਿੱਚ ਪਹੁੰਚਿਆ, ਲੰਗਰ ਵਿੱਚ ਪੰਗਤ ਵਿੱਚ ਬਹਿ ਕੇ ਲੰਗਰ ਵੀ ਛਕਿਆ, ਗੁਰੂ ਕੇ ਬਚਨ ਵੀ ਸਰਵਣ ਕੀਤੇ। ਤੇ ਕਈ ਵਾਰੀ ਜਦੋਂ ਹੋਰ ਵੀ ਕੋਈ ਐਸੀ ਕਿਸੇ ਨੇ ਸ਼ਿਕਾਇਤ ਕੀਤੀ ਤੇ ਗੁਰੂ ਅਮਰਦਾਸ ਪਿਤਾ ਜੀ ਨੇ ਭਾਈ ਜੇਠਾ ਜੀ ਨੂੰ ਭੇਜ ਕੇ ਉਹਦੀ ਤਸੱਲੀ ਕਰਵਾਈ। ਚੌਥੇ ਪਾਤਸ਼ਾਹ ਸਮੇਂ ਵੀ ਅਕਬਰ ਬਾਦਸ਼ਾਹ ਸੀ। ਪੰਜਵੇਂ ਪਾਤਸ਼ਾਹ ਦੇ ਸਮੇਂ ਤੱਕ ਵੀ ਕੁਝ ਸਮਾਂ ਜਿਹੜਾ ਅਕਬਰ ਗੱਦੀ ਤੇ ਬੈਠਾ ਰਿਹਾ। ਪਰ ਧੰਨ ਗੁਰੂ ਨਾਨਕ ਪਿਤਾ ਜੀ ਵੱਲੋਂ ਜੋ ਇਹ ਸੱਚ ਦਾ ਪ੍ਰਚਾਰ, ਜੋ ਲੋਕਾਂ ਨੂੰ ਨਿਰੰਕਾਰ ਦੇ ਨਾਲ ਜੋੜਿਆ ਜਾ ਰਿਹਾ ਸੀ, ਉਸ ਵੇਲੇ ਇਸਲਾਮ ਮਤ ਜਿਹੜਾ ਹੈ, ਕਿਉਂਕਿ ਅਕਬਰ ਬਾਦਸ਼ਾਹ ਇਹ ਚਾਹੁੰਦਾ ਸੀ ਕਿ ਮੈਂ ਜਿਹੜੀ ਇਹ ਗੱਦੀ ਹੈ ਆਪਣੇ ਪੁੱਤਰ ਸਲੀਮ, ਜਿਹਦਾ ਦੂਜਾ ਨਾਂ ਜਹਾਂਗੀਰ ਵੀ ਹੈ, ਕਿਉਂਕਿ ਉਹ ਅਯਾਸ਼ੀ ਸੀ, ਸ਼ਰਾਬੀ ਸੀ, ਇਹਨੂੰ ਦੇਣ ਦੀ ਬਜਾਏ ਕਿਉਂ ਨਾ ਮੈਂ ਆਪਣੇ ਪੋਤਰੇ ਖੁਸਰੋ ਨੂੰ ਇਹ ਗੱਦੀ ਦੇ ਕੇ ਜਾਵਾਂ। ਪਰ ਜਹਾਂਗੀਰ ਨੂੰ ਪਤਾ ਲੱਗ ਗਿਆ। ਤੇ ਦੂਜੇ ਪਾਸੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਦੇ ਸ਼ਹਾਦਤ ਦੇ ਜਿਹੜੇ ਕਾਰਨ ਨੇ, ਜਿਵੇਂ ਭਾਈ ਸਾਹਿਬ ਹੋਰਾਂ ਨੇ ਦੱਸਿਆ ਸੀ, ਛੋਟੇ ਮੋਟੇ ਕਾਰਨ ਤੇ ਅਨੇਕਾਂ ਹੀ ਨੇ। ਜਿਵੇਂ ਚੰਦੂ ਦਾ ਜ਼ਿਕਰ ਕੀਤਾ ਗਿਆ, ਚੰਦੂ ਦੀ ਲੜਕੀ ਦਾ ਰਿਸ਼ਤਾ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੇ ਜਦੋਂ ਉਹਨੇ ਹੰਕਾਰ ਦੀ ਗੱਲ ਕੀਤੀ ਸੀ ਨਾ, ਯਾਦ ਰੱਖਣਾ, ਉਸ ਵੇਲੇ ਗੁਰਦੇਵ ਪਿਤਾ ਜੀ ਨੇ ਸੰਗਤਾਂ ਦੇ ਕਹਿਣ ਤੇ ਰਿਸ਼ਤਾ ਠੁਕਰਾ ਦਿੱਤਾ ਸੀ। ਉਹਨੇ ਕਿਹਾ ਸੀ ਨਾ, ਇੱਟ ਆ ਜਿਹੜੀ ਚੁਬਾਰੇ ਵਾਲੀ ਇੱਟ ਕਿੱਥੇ ਲਾ ਆਏ, ਮੋਹਰੀ ਵਾਲੀ ਇੱਟ ਚੁਬਾਰੇ ਵਿੱਚ ਲਗਾ ਦਿੱਤੀ। ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਉਹਨੇ ਨੀਵਾਂ ਦੱਸਣ ਦਾ ਯਤਨ ਕੀਤਾ। ਚੰਦੂ ਦੇ ਮਨ ਵਿੱਚ ਰੋਸ ਜ਼ਰੂਰ ਸੀ। ਦੂਜੇ ਪਾਸੇ ਉਹ ਭਗਤ ਵੇਖੋ ਜਿਹੜੇ ਕਾਨਾ, ਪੀਲੂ, ਛੱਜੂ ਇਤਿਆਦ, ਜਿਹੜੇ ਕਹਿੰਦੇ ਸਨ ਸਾਡੀ ਬਾਣੀ ਵੀ ਤੁਸੀਂ ਆਪਣੇ ਗ੍ਰੰਥ ਵਿੱਚ ਸਾਡੀ ਬਾਣੀ ਸ਼ਾਮਲ ਕਰੋ। ਪਰ ਜਿਨ੍ਹਾਂ ਦੀ ਬਾਣੀ ਸ਼ਾਮਲ ਕਰਨੀ ਸੀ ਨਾ, ਉਹਨਾਂ ਭਗਤਾਂ ਦੀ ਬਾਣੀ ਤੇ ਮੇਰੇ ਗੁਰੂ ਨਾਨਕ ਪਿਤਾ ਜੀ ਆਪ ਉੱਥੇ ਚੱਲ ਕੇ ਜਾਂਦੇ ਰਹੇ। ਵੇਖੋ ਭਗਤ ਕਬੀਰ ਜੀ ਦੀ ਬਾਣੀ ਕਿੱਥੋਂ ਲਈ? ਭਗਤ ਨਾਮ ਦੇ 15 ਭਗਤ ਨੇ, ਉਹਨਾਂ ਦੀ ਬਾਣੀ ਬਕਾਇਦਾ ਜਿੱਥੇ ਉਹਨਾਂ ਦੇ ਅਨੁਯਾਈ ਰਹਿੰਦੇ ਸਨ ਜਾ ਕੇ ਵੇਖਿਆ, ਉਹਨਾਂ ਦੀ ਵਿਚਾਰਧਾਰਾ ਸੁਣੀ, ਪੜ੍ਹੀ,
ਆਖਣ ਲੱਗੇ ਸਾਡੇ ਨਾਲ ਮੇਲ ਖਾਂਦੀ ਹੈ। ਸਤਿਗੁਰਾਂ ਨੇ ਉਹ ਬਾਣੀ ਨੂੰ ਲਿਖ ਕੇ ਆਪਣੇ ਕੋਲ ਸੰਭਾਲਿਆ। ਪਰ ਇੱਕ ਪਾਸੇ ਉਹ ਵੀ ਨੇ ਜਿਹੜੇ ਜਬਰਨ ਤੌਰ 'ਤੇ ਕਹਿੰਦੇ ਨੇ ਕਿ ਸਾਡੀ ਬਾਣੀ ਤੁਸੀਂ ਸ਼ਾਮਲ ਕਰ ਲਵੋ। ਇਹ ਵੀ ਇੱਕ ਉਹਨਾਂ ਛੋਟੇ ਮੋਟੇ ਕਾਰਨਾਂ ਵਿੱਚੋਂ ਇੱਕ ਇਹ ਵੀ ਕਾਰਨ ਸ਼ਾਹ ਹੁਸੈਨ ਦੀ ਰਾਜ ਦਰਬਾਰੇ ਵੀ ਚੱਲਦੀ ਸੀ, ਐਸਾ ਇਤਿਹਾਸਕਾਰ ਦੱਸਦੇ ਨੇ। ਚੰਦੂ ਦੀ ਵੀ ਚੱਲਦੀ ਸੀ। ਪਰ ਅਸਲ ਜਿਹੜਾ ਕਾਰਨ ਹੈ ਨਾ, ਉਹ ਤੇ ਜਹਾਂਗੀਰ ਬਾਦਸ਼ਾਹ ਨੇ ਆਪਣੀ ਜਿਹੜੀ ਜੀਵਨੀ ਤੁਝ ਕੇ ਜਹਾਂਗੀਰੀ ਲਿਖੀ ਹੈ ਨਾ, ਉਹਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਉਹ ਲਿਖਦਾ ਹੈ ਕਿ ਜਦੋਂ ਮੈਂ ਬੜੀ ਦੇਰ ਤੋਂ ਸੋਚਦਾ ਪਿਆ ਸਾਂ, ਪਰ ਯਾਦ ਰੱਖਣਾ ਜਹਾਂਗੀਰ ਵੀ ਕਿਸੇ ਨਾ ਕਿਸੇ ਦੀ ਚੁੱਕ ਵਿੱਚ ਆਇਆ ਹੋਇਆ ਸੀ, ਤੇ ਉਹ ਸੀ ਸ਼ੇਖ ਅਹਿਮਦ ਸਰਹੰਦੀ, ਜਿਹੜਾ ਕਿ ਨਕਸ਼ਬੰਦੀ ਲਹਿਰ ਦਾ ਆਗੂ ਸੀ। ਇੱਕ ਨਕਸ਼ਬੰਦੀ, ਇੱਕ ਸਖੀ ਸਰਵਰੀ, ਇਹ ਸਾਰੀਆਂ ਜਿਹੜੀਆਂ ਇਹ ਲਹਿਰਾਂ ਸਨ, ਮੂਵਮੈਂਟ ਸਨ ਇਸਲਾਮ ਮਤ ਦੀਆਂ। ਇਸਲਾਮ ਮਤ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇਹਨਾਂ ਵਿੱਚੋਂ ਲੰਘਣਾ ਪੈਂਦਾ ਸੀ। ਜਿਹੜਾ ਸਖੀ ਸਰਵਰੀ ਬਣ ਗਿਆ, ਜਿਹੜਾ ਨਕਸ਼ਬੰਦੀ ਲਹਿਰ ਵਿੱਚ ਆ ਗਿਆ, ਕਹਿੰਦੇ ਨੇ ਉਹ ਆਪਣੇ ਆਪ ਹੀ ਹੌਲੀ ਹੌਲੀ ਮੁਸਲਮਾਨ ਬਣ ਜਾਏਗਾ। ਤੇ ਸ਼ੇਖ ਅਹਿਮਦ ਸਰਹੰਦੀ ਇਤਿਹਾਦਕ ਨੇ ਜਹਾਂਗੀਰ ਨੂੰ ਉਸ ਵੇਲੇ ਕਿਹਾ ਸੀ, ਤੇਰਾ ਪੂਰਨ ਸਾਥ ਦੇਵਾਂਗੇ, ਤੈਨੂੰ ਅਸੀਂ ਰਾਜ ਗੱਦੀ ਉੱਤੇ ਬਿਠਾਵਾਂਗੇ, ਪਰ ਇੱਕ ਸਾਡੀ ਵੀ ਸ਼ਰਤ ਹੈ, ਜੇ ਤੂੰ ਪ੍ਰਵਾਨ ਕਰ ਲਵੇਂ। ਆਖਣ ਲੱਗਾ ਕਿ ਆਖ ਲਗਾ ਜਦੋਂ ਤੂੰ ਬੈਠੇ, ਕਿਉਂਕਿ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਦੇ ਸਮੇਂ ਤੱਕ ਨਾ ਸਿੱਖੀ ਜਿਹੜੀ ਹੈ ਨਾ, ਸਿੱਖੀ ਦਾ ਪ੍ਰਚਾਰ ਉਸ ਵੇਲੇ ਬਹੁਤ ਜ਼ੋਰਾਂ ਸ਼ੋਰਾਂ ਤੇ ਹੋ ਰਿਹਾ ਸੀ। ਸਾਰੇ ਪਾਸੇ ਸਿੱਖੀ ਫੈਲ ਰਹੀ ਸੀ। ਖਾਸ ਕਰਕੇ ਆ ਸਖੀ ਸਰਵਰੀ ਵਾਲੇ ਜਿਹੜੇ ਨੇ, ਆ ਜਿਹੜਾ ਤਰਨ ਤਾਰਨ ਅੱਜ ਵੀ ਉੱਥੇ ਨਾ ਇੱਕ ਫਤਿਹ ਦੀ ਨੇੜੇ, ਉੱਥੇ ਇਹ ਵੀ ਸੁਲਤਾਨੀਆਂ ਵਿੱਚੋਂ ਹੋਇਆ। ਸਖੀ ਸਰਵਰੀਆਂ ਦਾ ਮੁਖੀ ਸੁਲਤਾਨ ਸੀ ਉਹਦਾ ਨਾਂ, ਪਰ ਉਹਦਾ ਨਾਂ ਤੇ ਸੈਯਦ ਅਹਿਮਦ ਸੀ। ਪਰ ਉਹ ਸੁਲਤਾਨ ਵਿੱਚ ਰਹਿਣ ਕਰਕੇ ਉਹਦੀ ਉੱਥੇ ਨਿਗਾਹ ਕੋਈ ਹੈ ਨੇੜੇ, ਸੁਲਤਾਨ ਤੋਂ ਥੋੜੀ ਦੂਰ ਵਿੱਚ ਉਹਦੀ ਕਬਰ ਬਣੀ ਹੋਈ ਹੈ, ਜਿੱਥੇ ਇਹ ਲੋਕ ਉੱਥੇ ਜਾ ਕੇ ਹਰ ਵੀਰਵਾਰ ਨੂੰ ਰੋਟ ਧਰਤੀ ਨੂੰ ਗਰਮ ਕਰਕੇ ਰੋਟ ਪਕਾ ਕੇ ਉਹਨੂੰ ਗੁੜ ਨਾਲ ਚੋਪੜ ਕੇ ਉੱਥੇ ਚੜਾਉਂਦੇ ਨੇ। ਆਗੂ ਕੁਝ ਆਪ ਖਾਂਦਾ ਏ, ਬਾਕੀ ਆਉਣ ਵਾਲਿਆਂ ਨੂੰ ਵੰਡ ਦਿੱਤਾ ਜਾਂਦਾ ਏ। ਤੇ ਸਖੀ ਸਰਵਰੀ ਇੱਥੇ ਅੱਜ ਵੀ ਨਾ ਮੈਂ ਬੇਨਤੀ ਕਰਾਂ, ਪੰਜਾਬ ਦੀ ਧਰਤੀ ਤੇ ਉਹ ਫਤਿਹ ਦੀ ਨਾ ਸਮਾਧ ਬਣੀ ਹੋਈ ਹੈ, ਤੇ ਉਹਨਾਂ ਨੇ ਇੱਕ ਸਾਖੀ ਜੋੜੀ ਹੋਈ ਹੈ ਕਿ ਗੁਰੂ ਅਰਜਨ ਦੇ ਪਿਤਾ ਜੀ ਵਰ ਦੇ ਕੇ ਗਏ ਸਨ ਫਤਿਹ ਨੂੰ, ਕਿ ਜਿਹੜਾ ਵੀ ਸਿੱਖ ਇੱਥੇ ਤਰਨ ਤਾਰ ਆਏਗਾ ਨਾ, ਉਹਨਾਂ ਚਿਰ ਉਹਦੀ ਹਾਜ਼ਰੀ ਪ੍ਰਵਾਨ ਨਹੀਂ ਹੋਵੇਗੀ ਜਿੰਨਾ ਚਿਰ ਉਹ ਇੱਥੇ ਆ ਕੇ ਤੇਰੀ ਸਮਾਧ ਤੇ ਆ ਕੇ ਆਪਣੇ ਕੋਲ ਹੀ ਜੋੜ ਲਈਆਂ ਮੱਥਾ ਨਹੀਂ ਟੇਕ ਲੈਂਦਾ। ਮੈਂ ਬੇਨਤੀ ਕਰ ਦੇਵਾਂ, ਕਈ ਐਸੀਆਂ ਸਾਖੀਆਂ, ਕੀਰਤਪੁਰ ਸਾਹਿਬ ਜਾਓ ਨਾ, ਉੱਥੇ ਬੁੱਢਣ ਸ਼ਾਹ ਦੀ ਵੀ ਸਮਾਧ, ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਈ ਨਹੀਂ। ਵੈਸੇ ਤੁਸੀਂ ਜਾਣਕਾਰੀ ਵਾਸਤੇ ਆਪਾਂ ਜਾ ਸਕਦੇ ਹਾਂ, ਉੱਥੇ ਵੀ ਸਾਖੀ ਜੋੜ ਦਿੱਤੀ ਗਈ, ਜਿੰਨਾ ਚਿਰ ਬੁੱਢਣ ਸ਼ਾਹ ਦੀ ਪੀਰ ਤੇ ਨਹੀਂ ਜਾਓਗੇ ਉਹਨਾਂ ਚਿਰ ਤੁਹਾਡੀ ਕੀਰਤਪੁਰ ਸਾਹਿਬ ਦੀ ਯਾਤਰਾ, ਅਨੰਦਪੁਰ ਦੀ ਯਾਤਰਾ ਜਿਹੜੀ ਹੈ ਉਹ ਪ੍ਰਵਾਨ ਕੋਈ ਨਹੀਂ ਹੋਣੀ। ਨਹੀਂ, ਇਹ ਗੱਲਾਂ ਨਿਰਮੂਲ ਨੇ। ਸੱਚ ਜਾਣਨਾ, ਇਹਨਾਂ ਦਾ ਗੁਰਮਤ ਨਾਲ ਕੋਈ ਦੂਰਿਓਂ ਨੇੜੋਂ ਕੋਈ ਰਿਸ਼ਤਾ ਨਹੀਂ। ਅੱਜ ਵੀ ਉੱਥੇ ਜਦੋਂ ਕਿਸੇ ਦੀ ਮੱਝ ਸੁੰਦੀ ਹੈ ਨਾ, ਤੇ ਉਹ ਪਹਿਲੇ ਦੁੱਧ ਦੀ ਜਦੋਂ ਖੀਰ ਬਣਾਉਂਦੇ ਨੇ, ਤੇ ਉਹ ਪਹਿਲਾਂ ਉਹ ਫਤਿਹ ਦੀ ਜਿਹੜੀ ਬਣੀ ਹੋਈ ਹੈ ਸਮਾਧ, ਉਹਦੇ ਉੱਤੇ ਜਾ ਕੇ ਚੜਾ ਕੇ ਆਉਂਦੇ ਨੇ। ਨਹੀਂ ਤੇ ਮਨ ਵਿੱਚ ਸ਼ੰਕਾ ਬਣਿਆ ਹੋਇਆ ਹੈ, ਮਨ ਵਿੱਚ ਵਹਿਮ ਬਣਿਆ ਹੋਇਆ ਹੈ, ਮਨ ਵਿੱਚ ਭਰਮ ਬਣਿਆ ਹੋਇਆ, ਕਿਤੇ ਇਹ ਨਾ ਹੋਵੇ ਕੱਲ ਨੂੰ ਮੱਝ ਬਿਮਾਰ ਹੋ ਜਾਏ, ਮੱਝ ਨਾ ਕਿਤੇ ਮਰ ਜਾਏ, ਕਿਤੇ ਕੋਈ ਨੁਕਸਾਨ ਨਾ ਹੋ ਜਾਵੇ, ਐਸਾ ਮੰਨਿਆ ਜਾਂਦਾ ਹੈ। ਪਰ ਯਾਦ ਰੱਖਣਾ, ਧੰਨ ਗੁਰੂ ਅਰਜਨ ਦੇ ਪਿਤਾ ਜੀ ਦੇ ਸਮੇਂ ਜੋ ਮੈਂ ਬੇਨਤੀ ਕਰ ਰਿਹਾ ਸਾਂ, ਇੱਥੋਂ ਤੱਕ, ਕਿਉਂਕਿ ਆਪ ਜੀ ਨੇ ਇਤਿਹਾਸ ਜਿਨ੍ਹਾਂ ਨੇ ਪੜ੍ਹਿਆ, ਤੀਜੇ ਪਾਤਸ਼ਾਹ ਦੇ ਸਮੇਂ ਅੱਲਾ ਯਾਰ ਖਾਂ, ਜਿਹਦਾ ਨਾਮ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਕਿਸ ਧਰਮ ਨੂੰ ਮੰਨਣ ਵਾਲਾ ਹੋਵੇਗਾ, ਬਕਾਇਦਾ ਤੌਰ ਤੇ 22 ਮੰਜੀਆਂ ਵਿੱਚੋਂ ਇੱਕ ਮੰਜੀ ਅੱਲਾ ਯਾਰ ਖਾਂ ਨੂੰ ਵੀ ਮਿਲੀ। ਧੰਨ ਗੁਰੂ, ਉਸ ਵੇਲੇ ਨਾਮ ਨਹੀਂ ਸਨ ਚੇਂਜ ਕੀਤੇ ਜਾਂਦੇ, ਨਾਮ ਉਹੀ ਰਹਿੰਦੇ ਸਨ। ਧਰਮ ਦੀ ਪ੍ਰਚਾਰ ਦੀ ਜ਼ਿੰਮੇਵਾਰੀ ਅੱਲਾ ਯਾਰ ਖਾਂ ਵਰਗੇ, ਤੇ ਇਸੇ ਕਰਕੇ ਤੁਝ ਕੇ ਜਹਾਂਗੀਰ ਵਿੱਚ ਇਹ ਲਿਖਦਾ ਏ, ਜਹਾਂਗੀਰ ਬਾਦਸ਼ਾਹ ਇਹਨੂੰ ਚੁੱਕ ਤੇ ਇਹਨਾਂ ਦੀ ਸੀ ਸ਼ੇਖ ਅਹਿਮਦ ਸਰਹੰਦੀ ਦੀ, ਸ਼ੇਖ ਫਰੀਦ ਬੁਖਾਰੀ ਵਰਗੇ, ਜਿਹਨੂੰ ਮੁਰਤਜ਼ਾ ਖਾਨ ਦਾ ਖਿਤਾਬ ਵੀ ਬਾਅਦ ਵਿੱਚ ਜਹਾਂਗੀਰ ਬਾਦਸ਼ਾਹ ਵੱਲੋਂ ਦਿੱਤਾ ਗਿਆ ਸੀ। ਗੁਰੂ ਕੇ ਪਿਆਰ ਵਾਲਿਓ, ਇਹ ਵੀ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ ਸੀ।
ਤੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰ ਦੇਵਾਂ, ਇਹਦੀ ਅੱਜ ਵੀ ਕਬਰ ਨਾ ਸਰਹੰਦ, ਜਿੱਥੇ ਸਾਡੇ ਛੋਟੇ ਸਾਹਿਬਜ਼ਾਦੇ ਕਲਗੀਆਂ ਵਾਲੇ ਪਿਤਾ ਦੇ ਮਾਤਾ ਗੁਜਰ ਕੌਰ ਜੀ ਠੰਡਾ ਬੁਰਜ ਸ਼ਹੀਦ ਹੋਏ ਨੇ ਨਾ, ਵਿੱਚ ਰੇਲਵੇ ਦੀ ਲਾਈਨ ਹੈ, ਅੱਗੇ ਰੋਪੜ ਨੂੰ ਜਾਈਏ ਨਾ ਸਰਹੰਦ ਤੋਂ, ਤੇ ਸੱਜੇ ਹੱਥ ਉਹਦੀ ਸਮਾਧ ਬਣੀ ਹੋਈ ਹੈ। ਕਈ ਭੋਲੇ ਭਾਲੇ, ਚਲੋ ਇਹ ਤੇ ਮੰਨਣ ਵਾਲੇ, ਮੰਨਣ ਸਿੱਖ ਵੀ ਕਈ ਜਾ ਕੇ ਉੱਥੇ ਸੀਸ ਝੁਕਾਉਂਦੇ ਫਿਰਦੇ ਨੇ। ਯਾਦ ਰੱਖਣਾ, ਇਸ ਗੱਲ ਨੂੰ ਚੇਤੇ ਰੱਖਿਓ, ਸ਼ੇਖ ਅਹਿਮਦ ਸਰਹੰਦੀ ਦਾ ਰੋਲ ਧੰਨ ਗੁਰੂ ਅਰਜਨ ਦੇ ਪਿਤਾ ਜੀ ਨੂੰ ਸ਼ਹੀਦ ਕਰਾਉਣ ਵਿੱਚ ਬਹੁਤ ਵੱਡਾ ਸੀ। ਤੇ ਇਸੇ ਕਰਕੇ ਇਹਨੇ ਆਪਣੀ ਜਹਾਂਗੀਰ ਤੁਝਕੇ ਵਿੱਚ ਲਿਖਦਾ ਮੈਂ ਬੜੇ ਦੇਰ ਤੋਂ ਸੋਚਦਾ ਪਿਆ ਸਾਂ, ਕਿਉਂਕਿ ਪਹਿਲਾਂ ਜਦੋਂ ਇਤਿਹਾਸ ਦੀ ਪੂਰਨ ਤੌਰ ਤੇ ਖੋਜ ਨਹੀਂ ਸਾ ਹੋਈ, ਉਸ ਵੇਲੇ ਜ਼ਿਆਦਾ ਚੰਦੂ ਨੂੰ ਦੋਸ਼ੀ ਮੰਨਿਆ ਜਾਂਦਾ ਸੀ, ਸਾਰਾ ਦੋਸ਼ ਕੇਵਲ ਚੰਦੂ ਦੇ ਸਿਰ ਤੇ ਹੀ। ਪਰ ਜਦੋਂ ਉਹਦੀ ਇਹ ਖੋਜ ਕੀਤੀ ਗਈ ਇਤਿਹਾਸ ਦੀ, ਇਤਿਹਾਸਕਾਰਾਂ ਨੇ ਜਦੋਂ ਪੜ੍ਹਿਆ, ਫਿਰ ਪਤਾ ਲੱਗਾ, ਉਹ ਕਹਿੰਦਾ ਹੈ ਕੂੜ ਦੀ ਦੁਕਾਨ, ਤੁਸੀਂ ਵੇਖ ਲਓ ਸੱਚ ਦੀ ਦੁਕਾਨ ਨੂੰ ਉਹ ਕੂੜ ਦੀ ਦੁਕਾਨ ਇਸ ਕਰਕੇ ਕਹਿੰਦਾ, ਕਈ ਭੋਲੇ ਭਾਲੇ ਹਿੰਦੂ ਅਤੇ ਮੁਸਲਮਾਨ ਵੀ ਜਿਹੜੇ ਨੇ ਉਹ ਵੀ ਇਹਨਾਂ ਦੇ ਦਾਇਰੇ ਵਿੱਚ ਆ ਕੇ ਇਹਨਾਂ ਦਾ ਜਿਹੜਾ ਧਰਮ ਹੈ ਉਹ ਪ੍ਰਵਾਨ ਕਰੀ ਜਾਂਦੇ ਨੇ। ਹੁਣ ਜਹਾਂਗੀਰ ਬਾਦਸ਼ਾਹ ਜਿਹੜਾ ਗੁਰੂ ਨਾਨਕ ਪਿਤਾ ਜੀ ਦੇ ਘਰ ਨੂੰ ਕੂੜ ਦੀ ਦੁਕਾਨ ਦੱਸਦਾ ਹੈ, ਮੈਂ ਬੇਨਤੀ ਕਰਾਂ, ਇਹਦਾ ਮਤਲਬ ਹੈ ਉਹਦੀ ਕਦੀ ਸੱਚ ਦੇ ਨਾਲ ਉਹਦੀ ਜਾਣ ਪਛਾਣ ਹੋਈ ਕੋਈ ਨਹੀਂ, ਉਹਨੇ ਸੱਚ ਨੂੰ ਕਦੀ ਜਾਣਿਆ ਹੀ ਨਹੀਂ। ਇਸ ਕਰਕੇ ਉਹ ਕੂੜ, ਕਿਉਂਕਿ ਜੈਸੀ ਦ੍ਰਿਸ਼ਟੀ ਤੇ ਤੈਸੀ ਸ੍ਰਿਸ਼ਟੀ ਦਿਸਦੀ ਹੈ ਬੰਦੇ ਨੂੰ, ਜਿਹੋ ਜਿਹੀ ਬੰਦੇ ਦੀ ਆਪਣੀ ਸੋਚ ਹੁੰਦੀ ਹੈ। ਮੈਂ ਪਹਿਲਾਂ ਕਿਹਾ ਸੀ, ਮੇਰੇ ਗੁਰੂ ਨਾਨਕ ਨੇ ਕਦੀ ਮੁਸਲਮਾਨ ਧਰਮ ਦੇ ਬਾਰੇ ਕਿਤੇ ਕੋਈ ਇੱਕ ਐਸਾ ਲਫ਼ਜ਼ ਵਰਤਿਆ ਹੋਵੇ? ਸਗੋਂ ਉਹਨਾਂ ਦੀਆਂ ਨਮਾਜ਼ਾਂ ਦਾ ਜ਼ਿਕਰ ਕੀਤਾ, ਕਰਨੀਆਂ ਨੇ ਉਹ ਕਰੋ ਨਮਾਜ਼ਾਂ, ਪਰ ਜਿਹੜੀਆਂ ਖੋਰ ਨਮਾਜ਼ਾਂ ਨੇ, ਮੁਸਲਮਾਨ ਮੋਮ ਦਿਲ ਹੋਵੇ, ਮੁਸਲਮਾਨ ਦੀ ਪਰਿਭਾਸ਼ਾ ਵੀ ਦੇ ਦਿੱਤੀ, ਉਹ ਤੇ ਬੜਾ ਮੋਮ ਦਿਲ ਹੁੰਦਾ ਏ। ਪਰ ਜਹਾਂਗੀਰ ਵਰਗਿਆਂ ਨੂੰ, ਗੁਰੂ ਕੇ ਪਿਆਰ ਵਾਲਿਓ, ਧੰਨ ਗੁਰੂ ਨਾਨਕ ਨੇ, ਮੈਂ ਸੋਚਦਾ ਸਾਂ ਇਹ ਦੁਕਾਨ ਨੂੰ ਬੰਦ ਕੀਤਾ ਜਾਵੇ, ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਏ। ਇਸੇ ਕਰਕੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਉੱਤੇ ਉਹਨਾਂ ਨੇ ਹੋਰ ਵੀ ਕਈ ਅਣਗਿਣਤ ਝੂਠੇ ਦੋਸ਼ ਮੜ ਕੇ ਮੇਰੇ ਗੁਰਦੇਵ ਪਿਤਾ ਜੀ ਨੂੰ ਇਹ ਜੋ ਸ਼ਹੀਦੀ ਦਾ ਜਾਮ ਪੀਣਾ ਪਿਆ ਹੈ। ਯਾਦ ਰੱਖਣਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੌੜੀ ਰਾਗ ਵਿੱਚ ਇੱਕ ਸ਼ਲੋਕ ਹੈ, ਜਿਹਦੇ ਵਿੱਚ ਨਾ ਗੁਰੂ ਦੇ ਲੱਛਣ ਦੱਸੇ ਗਏ ਨੇ, ਗੁਰੂ ਦੀ ਪਰਿਭਾਸ਼ਾ ਦਿੱਤੀ ਗਈ ਹੈ। ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਜਿਹੜਾ ਸਤਿਗੁਰ ਹੈ ਉਹ ਦਾਤਾ ਹੈ, ਦਾਤਾ ਮਤਲਬ ਸਭ ਨੂੰ ਦਿੰਦਾ ਹੈ, ਦਇਆ ਦਾ ਘਰ ਹੈ, ਸਭ ਤੇ ਦਇਆ ਕਰਦਾ ਹੈ। ਤੇ ਨਾਲੇ ਇਹ ਨਹੀਂ ਕੁਝ ਸਮੇਂ ਵਾਸਤੇ ਦਇਆ ਕਰਦਾ, ਸਦਾ ਦਇਆ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਸਤਿਗੁਰੂ ਜੀ ਬਾਹਰੋਂ ਨਹੀਂ, ਅੰਦਰੋਂ ਵੀ ਨਿਰਵੈਰ ਨੇ, ਸਾਰਿਆਂ ਦੇ ਵਿੱਚ ਉਹਨਾਂ ਨੂੰ ਬ੍ਰਹਮ ਦੀ ਜੋਤ ਦਿਸਦੀ ਹੈ। ਫਿਰ ਕਹਿੰਦੇ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਜਿਹੜੇ ਨਿਰਵੈਰਾਂ ਨਾਲ ਜਿੰਨੇ ਵੈਰ ਕਮਾਇਆ, ਭਾਵੇਂ ਉਹ ਬਾਬਰ ਸੀ, ਭਾਵੇਂ ਉਹ ਹੁਮਾਯੂੰ ਸੀ, ਭਾਵੇਂ ਉਹ ਜਹਾਂਗੀਰ ਸੀ, ਭਾਵੇਂ ਉਹ ਸ਼ੇਖ ਅਹਿਮਦ ਸਰਹੰਦੀ ਸੀ, ਭਾਵੇਂ ਉਹ ਚੰਦੂ ਸੀ, ਭਾਵੇਂ ਉਹ ਅਖੌਤੀ ਭਗਤ ਸਨ, ਅੱਜ ਨਾਂ ਤੇ ਭਾਵੇਂ ਉਹਨਾਂ ਦਾ ਵੀ ਆਪਾਂ ਲੈਂਦੇ ਹਾਂ ਯਾਦ, ਤੇ ਉਹਨਾਂ ਨੂੰ ਵੀ ਨਾਲ ਕਰਨਾ ਹੀ ਪੈਂਦਾ ਹੈ, ਪਰ ਆਪਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਯਾਦ ਕਰਦੇ ਪਏ ਹਾਂ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਸਾਰਿਆਂ ਦਾ ਭਲਾ ਚਾਹੁੰਦਾ ਏ, ਉਹ ਜਿਹੜਾ ਸਭ ਦਾ ਭਲਾ ਚਾਹੁੰਦਾ ਏ, ਭਲਾ ਉਹਦਾ ਕੋਈ ਬੁਰਾ ਕੋਈ ਕਰ ਸਕਦਾ ਹੈ? ਹੁਣ ਜਹਾਂਗੀਰ ਜਿਹੜਾ ਨਾ, ਇਤਿਹਾਸ ਦੱਸਦਾ ਹੈ ਕਿ ਜਹਾਂਗੀਰ ਫਕੀਰ ਲੋਕਾਂ ਦਾ ਬੜਾ ਸਤਿਕਾਰ ਕਰਦਾ ਸੀ, ਅਦਬ ਕਰਦਾ ਸੀ। ਸਾਈਂ ਮੀਆਂ ਮੀਰ ਦੇ ਨਾਲ ਵੀ ਇਹਦੀ ਬੜੀ ਸਾਂਝ ਸੀ, ਪਰ ਜਹਾਂਗੀਰ ਨੂੰ ਉਹੀ ਫਕੀਰ ਚੰਗੇ ਲੱਗਦੇ ਸਨ ਜਿਹੜੇ ਭੁੱਖੇ ਨੰਗੇ ਰਹਿੰਦੇ ਹੋਣ, ਭਾਵ ਜਿਹੜੇ ਉਹਦੇ ਦਇਆ ਤੇ ਆਸਰੇ ਜਿਉਂਦੇ ਹੋਣ। ਉਹਨੂੰ ਇਹੋ ਜਿਹੇ ਫਕੀਰ ਜਿਹੜੇ ਸਨ, ਧੰਨ ਗੁਰੂ ਅਰਜਨ ਦੇ ਪਿਤਾ ਜੀ ਵਰਗੇ, ਜਿੱਥੇ ਲੁਕਾਈ ਜਾ ਕੇ ਮੱਥੇ ਟੇਕਦੀ ਹੋਵੇ। ਸਾਈਂ ਮੀਆਂ ਮੀਰ ਨੂੰ ਮਿਲਣਾ ਹੋਵੇ ਤੇ ਉਹਨੂੰ ਬਕਾਇਦਾ ਟਾਈਮ ਲੈਣਾ ਪਵੇ, ਪਰ ਜੇ ਗੁਰਦੇਵ ਪਿਤਾ ਜੀ ਅੰਮ੍ਰਿਤਸਰ ਤੋਂ ਚੱਲ ਕੇ ਲਾਹੌਰ ਆਉਂਦੇ ਨੇ, ਉੱਥੇ ਸਾਈਂ ਮੀਆਂ ਮੀਰ ਆਪ ਅੱਗੋਂ ਲੈਣ ਵਾਸਤੇ ਗੁਰਦੇਵ ਪਿਤਾ ਨੂੰ ਜਾਣ, ਇਹ ਉਹਨੂੰ ਗੱਲ ਥੋੜ੍ਹਾ ਮਨਜ਼ੂਰ ਸੀ। ਇਹ ਉਹਨੂੰ ਗੱਲ ਕਦੀ ਨਹੀਂ,
ਇਹ ਪਾਉਂਦੀ ਸੀ। ਉਹ ਐਸੇ ਜਿਹੜੇ ਰਹਿਬਰ ਆਗੂ ਨੇ, ਧਾਰਮਿਕ ਆਗੂ ਨੇ, ਉਹ ਕਦੀ ਨਹੀਂ ਸੀ ਚਾਹੁੰਦਾ ਉਹਨੂੰ ਖਤਰਾ ਪੈਦਾ ਹੋ ਗਿਆ। ਸੱਚ ਜਾਣਨਾ, ਸੱਚ ਨੂੰ ਕੋਈ ਖਤਰਾ ਨਹੀਂ ਜੇ ਹੁੰਦਾ। ਸੱਚ ਹਮੇਸ਼ਾ ਆਪਣੀ ਥਾਂ ਤੇ ਅਟਲ ਰਹਿੰਦਾ ਏ, ਅਡੋਲ ਰਹਿੰਦਾ ਏ, ਦ੍ਰਿੜ ਰਹਿੰਦਾ ਏ, ਕਿਉਂਕਿ ਸੱਚ ਕਦੀ ਮਰਦਾ ਹੀ ਨਹੀਂ। ਜਿਹੜਾ ਮਰ ਗਿਆ ਉਹ ਸੱਚ ਨਹੀਂ ਜੇ ਹੋ ਸਕਦਾ, ਜਿਹੜਾ ਸੜ ਗਿਆ ਉਹ ਸੱਚ ਨਹੀਂ ਹੋ ਸਕਦਾ। ਕਈ ਵਾਰੀ ਆਪਾਂ ਕਹਿ ਦਿੰਦੇ ਜਹਾਂਗੀਰ ਨੇ ਧੰਨ ਗੁਰੂ ਅਰਜਨ ਦੇ ਪਿਤਾ ਨੂੰ ਸ਼ਹੀਦ ਕਰਕੇ ਖਤਮ ਕਰ ਦਿੱਤਾ। ਇਹਨੂੰ ਦੂਜੇ ਲਫ਼ਜ਼ਾਂ ਵਿੱਚ ਇੰਜ ਆਪਾਂ ਕਹਿ ਲਈਏ, ਗੁਰੂ ਕਦੀ ਮਰਦਾ ਨਹੀਂ। ਗੁਰੂ ਸਾਹਿਬ ਦਾ ਸਰੀਰ ਪੰਜ ਭੂਤਕ ਜਿਹੜਾ ਸੀ ਨਾ, ਇਹ ਜ਼ਰੂਰ ਉਹਨਾਂ ਨੇ ਸਤਿਗੁਰੂ ਗੁਰਦੇਵ ਪਿਤਾ ਜੀ ਦੇ ਸਰੀਰ ਨੂੰ ਤੇ ਖਤਮ ਕੀਤਾ ਏ, ਪਰ ਯਾਦ ਰੱਖਣਾ, ਜੇ ਆਪਾਂ ਕਹੀਏ ਉਹਨੇ ਗੁਰੂ ਨੂੰ ਮਾਰ ਦਿੱਤਾ ਫਿਰ ਤੇ ਜਹਾਂਗੀਰ ਤਕੜਾ ਹੋ ਗਿਆ ਨਾ ਸਾਡੇ ਗੁਰੂ ਦੇ ਨਾਲੋਂ। ਨਾ, ਅੱਜ ਅਸੀਂ ਗੁਰੂ ਸਾਹਿਬ ਦਾ ਇਹ ਪੁਰਬ ਮਨਾ ਰਹੇ ਹਾਂ, ਕੋਈ ਅਸੀਂ ਮਾਯੂਸ ਨਹੀਂ ਹਾਂ, ਸਾਨੂੰ ਕੋਈ ਅਫਸੋਸ ਨਹੀਂ ਹੈ। ਆਮ ਦੁਨਿਆਵੀ ਤੌਰ ਤੇ ਬੰਦਾ ਕੋਈ ਚੜ੍ਹਾਈ ਕਰ ਜਾਏ, ਲੋਕੀ ਅਫਸੋਸ ਕਰਦੇ ਨੇ। ਇਹ ਅੱਜ ਦਾ ਪੁਰਬ ਸਾਨੂੰ ਚੜ੍ਹਦੀ ਕਲਾ ਵਾਸਤੇ ਇਹ ਪ੍ਰਤੀਕ ਹੈ ਕਿ ਅਸੀਂ ਵੀ ਆਪਣੇ ਸਿਧਾਂਤਾਂ ਤੇ ਦ੍ਰਿੜ ਰਹਿੰਦੇ ਹੋਏ ਕਿਵੇਂ ਸੱਚਾਈ ਤੋਂ ਆਪਣਾ ਆਪ ਕੁਰਬਾਨ ਕਰ ਜਾਣਾ ਹੈ। ਤੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਉੱਤੇ ਇੱਕ ਹੋਰ ਵੀ ਇਲਜ਼ਾਮ ਲਗਾਇਆ ਗਿਆ। ਜਿਸ ਵੇਲੇ ਖੁਸਰੋ ਨੇ ਬਗਾਵਤ ਕੀਤੀ, ਪਤਾ ਲੱਗਾ ਕਿ ਮੈਨੂੰ ਤੇ ਰਾਜ ਗੱਦੀ ਹੁਣ ਮਿਲਣੀ ਕੋਈ ਨਹੀਂ, ਉਹਨੇ ਬਗਾਵਤ ਕਰ ਦਿੱਤੀ। ਉਹ ਦਿੱਲੀ ਵਾਲੇ ਪਾਸੇ ਤੋਂ ਆਉਂਦਾ ਹੋਇਆ ਇੱਥੋਂ ਗੋਇੰਦਵਾਲ ਸਾਹਿਬ ਦੀ ਉਦੋਂ ਦੇ ਪੱਤਨ ਹੁੰਦਾ ਸੀ, ਲੰਘਣ ਦਾ ਰਸਤਾ ਹੁੰਦਾ ਸੀ, ਇੱਧਰੋਂ ਲੰਘਿਆ। ਤੇ ਕਈ ਕਹਿੰਦੇ ਨੇ ਸਤਿਗੁਰੂ ਨੇ ਉਹਨੂੰ ਤਿਲਕ ਲਗਾਇਆ, ਹਾਲਾਂਕਿ ਗੁਰਮਤਿ ਵਿੱਚ ਤਿਲਕ ਦੀ ਮਰਿਆਦਾ ਕਈ ਕੋਈ ਨਹੀਂ ਹੈ। ਸਤਿਗੁਰੂ ਇਹਨਾਂ ਟਿੱਕਿਆਂ ਤੇ ਤਿਲਕਾਂ ਨੂੰ ਕੋਈ ਤਰਜੀਹ ਨਹੀਂ ਦਿੰਦੇ। ਹਾਂ, ਗੁਰੂ ਦੇ ਦਰ ਤੇ ਜਿਹੜਾ ਵੀ ਇੱਥੇ ਆ ਗਿਆ, ਮੇਰੇ ਗੁਰਦੇਵ ਪਿਤਾ ਨੇ ਉਹਨੂੰ ਆਸ਼ੀਰਵਾਦ ਤੇ ਜ਼ਰੂਰ ਦਿੱਤਾ ਹੈ, ਉਹਨੂੰ ਜੀ ਆਇਆਂ ਆਖਿਆ ਹੈ। ਗੁਰੂ ਨਾਨਕ ਦਾ ਦਰ ਤੇ ਸਾਰਿਆਂ ਵਾਸਤੇ ਸਾਂਝਾ ਏ, ਪਰ ਇਹ ਨਹੀਂ ਕਿਹਾ ਖੁਸਰੋ ਦੀ ਕੋਈ ਖਾਸ ਮਦਦ ਕੀਤੀ ਹੋਵੇ ਜਾਂ ਤੈਨੂੰ ਕੋਈ ਰਾਜ ਭਾਗ ਵਿਸ਼ੇਸ਼ ਤੌਰ ਤੇ ਮਿਲੇ, ਐਸਾ ਕੁਝ ਨਹੀਂ ਕਿਹਾ। ਪਰ ਉਹਨਾਂ ਨੂੰ ਤੇ ਬਹਾਨਾ ਨਾਲ ਇਤਿਹਾਸ ਇਹ ਵੀ ਕਹਿੰਦਾ ਜਿਨ੍ਹਾਂ ਨੇ ਮਦਦ ਕੀਤੀ ਉਸੇ ਵੇਲੇ ਨਾਲ ਹੀ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ। ਪਰ ਇਹ ਤੇ ਗੁਰੂ ਅਰਜਨ ਦੇ ਪਿਤਾ ਜੀ ਉੱਤੇ ਝੂਠਾ ਇਲਜ਼ਾਮ ਲਗਾਇਆ ਗਿਆ। ਤੇ ਮੈਂ ਬੇਨਤੀ ਕਰਾਂ, ਧੰਨ ਗੁਰੂ ਅਰਜਨ ਦੇ ਪਿਤਾ ਜੀ ਨੂੰ ਜਦੋਂ ਬੁਲਾਇਆ ਗਿਆ ਲਾਹੌਰ, ਜਾਂ ਤੇ ਤੁਸੀਂ ਇੰਨਾ ਜੁਰਮਾਨਾ ਭਰੋ ਜਾਂ ਇਸਲਾਮ ਨੂੰ ਪ੍ਰਵਾਨ ਕਰ ਲਵੋ। ਤੇ ਮੈਂ ਕਹਿੰਦਾ ਇੱਥੇ ਦੂਜੀ ਵੀ ਗੱਲ ਉਹਨਾਂ ਨੇ ਕਰਾਮਾਤ ਵਿਖਾਉਣ ਵਾਸਤੇ ਵੀ ਕਿਹਾ ਹੋਣਾ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਆਪਾਂ ਇਤਿਹਾਸ ਪੜ੍ਹਦੇ ਆ ਨਾ, ਤੇ ਉਸ ਵੇਲੇ ਪਰ ਮੇਰੇ ਗੁਰਦੇਵ ਪਿਤਾ ਜੀ ਨੇ ਜਾਣ ਤੋਂ ਪਹਿਲਾਂ ਹੀ ਆਪਣੇ ਬੇਟੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ, ਜਿਨ੍ਹਾਂ ਦੀ ਕਿ ਉਮਰ ਉਸ ਵੇਲੇ 11 ਸਾਲ ਦੀ ਹੈ। ਤੇ ਇੱਕ ਮੈਂ ਹੋਰ ਵੀ ਇੱਥੇ ਬੇਨਤੀ ਕਰਨੀ ਭੁੱਲ ਗਿਆ ਵਾਂ, ਜਿੱਥੇ ਬਾਕੀ ਇਹਨਾਂ ਸਾਰਿਆਂ ਦਾ ਰੋਲ ਗੁਰੂ ਅਰਜਨ ਦੇ ਪਿਤਾ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਹੈ, ਉੱਥੇ ਘਰ ਵਿੱਚ ਹੀ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਨੇ ਕੋਈ ਘੱਟ ਕੋਈ ਨਹੀਂ ਜੇ ਗੁਜ਼ਾਰੀ। ਉਹਨੇ ਕਈ ਵਾਰੀ ਧੰਨ ਗੁਰੂ ਅਰਜਨ ਦੇ ਪਿਤਾ ਜੀ ਨੂੰ ਖਤਮ ਕਰਨ ਵਾਸਤੇ ਕਦੀ ਸੁਲਭੀ ਖਾਨ ਨੂੰ, ਕਦੀ ਹੀ ਸੁਲਗੀ ਖਾਨ ਨੂੰ ਚੜਾ ਕੇ ਉੱਪਰ ਲੈ ਆਂਦਾ। ਇਹ ਲੋਕ ਰਾਜ ਸੱਤਾ, ਜਿਹੜੀ ਰਾਜ ਤਾਕਤ ਸੀ ਨਾ, ਰਾਜ ਸ਼ਕਤੀ ਸੀ, ਉਹਨੂੰ ਵੀ ਵਰਤਦੇ ਸਨ ਤਾਂ ਕਿ ਚੰਗੀ ਤਰ੍ਹਾਂ ਭਾਵ ਇਸ ਨੂੰ ਦਬ ਦਿੱਤਾ ਜਾਵੇ, ਕੁਚਲ ਦਿੱਤਾ ਜਾਵੇ, ਤਾਂ ਕਿ ਮੁੜ ਕੇ ਉੱਠਣ ਜੋਗੇ ਨਾ ਰਹਿਣ। ਪਰ ਪ੍ਰਿਥੀ ਚੰਦ ਦੀ ਵੀ ਇੱਕ ਵੀ ਉੱਥੇ ਸੁਲਗੀ ਖਾਂ ਵੇਖੋ, ਜਦੋਂ ਆਪਾਂ ਪ੍ਰਥਮੇ ਮਤਾ ਪਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਆਇਆ। ਇਹਦਾ ਮਤਲਬ ਇਹ ਨਾ ਸਮਝ ਲੈਣਾ ਕੁਝ ਕਰਨ ਦੀ ਲੋੜ ਕੋਈ ਨਹੀਂ, ਪਰ ਉਸ ਵੇਲੇ ਹਾਲਾਤ ਐਸੇ ਬਣ ਗਏ ਸਨ ਕਿ ਇੱਕੋ ਦਮ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਗੁਰੂ ਅਰਜਨ ਸਾਹਿਬ ਕਹਿੰਦੇ ਹੁਣ ਨਾ ਚਿੱਠੀ ਭੇਜਣ ਦਾ ਸਮਾਂ ਏ, ਨਾ ਬੰਦੇ ਭੇਜਣ ਦਾ ਸਮਾਂ ਏ, ਹੁਣ ਤੇ ਮੇਰੇ ਮਾਲਕ ਨੇ ਜੋ ਕਰਨਾ ਉਹ ਕੀ ਹੋਵੇਗਾ, ਹੁਣ ਤੇ ਮਾਲਕ ਦੇ ਉੱਤੇ ਡੋਰ ਹੈ। ਤੇ ਸੁਲਗੀ ਖਾਂ ਜਿਹਨੂੰ ਪ੍ਰੇਰ ਕੇ ਲਿਆਇਆ ਸੀ ਪ੍ਰਿਥੀ ਚੰਦ, ਕਹਿੰਦੇ ਨੇ ਹੇਰੀ ਆਪਣੇ ਸਹੁਰੇ ਪਿੰਡ, ਜਿਹਨੇ ਕਿ ਹਰਿਮੰਦਰ ਸਾਹਿਬ ਦੇ ਨਕਸ਼ੇ ਦਾ ਦੂਜੇ ਪਾਸੇ ਇਹ ਵੀ ਆਪਣਾ ਧਾਰਮਿਕ ਸਥਾਨ ਸਿੱਖਾਂ ਨੂੰ ਆਪਣੇ ਪਾਸੇ ਖਿੱਚਣ ਵਾਸਤੇ ਕੀਤਾ ਸੀ, ਪਰ ਸਿੱਖ ਸੰਗਤਾਂ ਜ਼ਿਆਦਾ ਗੁਰੂ ਦੇ ਹੁਕਮ ਤੇ ਫੁੱਲ ਚੜਾਉਂਦੀਆਂ ਸਨ। ਹਾਂ, ਕੁਝ ਕੁ ਹੁੰਦੇ ਸਨ ਜਿਹੜੇ ਮਤਲਬੀ ਲੋਕ ਇਹੋ ਜਿਹਿਆਂ ਨਾਲ ਜੁੜ ਜਾਂਦੇ ਸਨ। ਉਸ ਵੇਲੇ ਕਹਿੰਦੇ ਨੇ ਭੱਠਾ ਵਿਖਾਣ ਚਲਾ ਗਿਆ, ਘੋੜੇ ਉੱਤੇ ਸਵਾਰ ਸੀ ਸੁਲਗੀ ਖਾਂ,
ਘੋੜਾ ਐਸਾ ਤਰਬਕਿਆ ਕਿ ਉੱਥੇ ਭੱਠੇ ਦੇ ਵਿੱਚ ਹੀ ਘੋੜਾ ਵੀ ਸੜ ਕੇ ਮਰ ਗਿਆ ਤੇ ਨਾਲ ਹੀ ਸੁਲਗੀ ਖਾਂ ਵੀ ਸੜ ਕੇ ਮਰ ਗਿਆ। ਤੇ ਸਤਿਗੁਰਾਂ ਦਾ ਉਹ ਗੁਰਬਾਣੀ ਵਿੱਚ ਕੁਝ ਇਤਿਹਾਸਕ ਪੱਖ ਕਿਤੇ ਕਿਤੇ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਸੁਲਗੀ ਤੇ ਨਾਰਾਇਣ ਰਾਖ, ਸੁਲਗੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਗੀ ਹੋਏ ਮੂਆ ਨਾਪਾਕ। ਇੱਥੇ ਨਾਪਾਕ ਕਿਉਂ ਗਿਆ? ਪਾਕ ਮੈਨੇ ਪਵਿੱਤਰ ਤੇ ਨਾਪਾਕ ਦਾ ਅਰਥ ਹੈ ਅਪਵਿੱਤਰ। ਇਸਲਾਮ ਮਤ ਵਿੱਚ ਸੜ ਕੇ ਮਰਨ ਨੂੰ ਇਹ ਅਪਵਿੱਤਰ ਮੌਤ ਮੰਨਿਆ ਜਾਂਦਾ ਹੈ। ਉਹਨਾਂ ਦਾ ਮਤ ਹੈ ਇਸੇ ਕਰਕੇ ਉਹ ਮੁਰਦੇ ਨੂੰ ਸਾੜਦੇ ਨਹੀਂ, ਦਫਨਾਉਂਦੇ ਨੇ। ਜੇ ਇੱਥੇ ਸੜੇਗਾ ਤੇ ਅੱਗੇ ਜਾ ਕੇ ਦੋਜ਼ਖ ਦੀ ਅੱਗ ਵਿੱਚ ਸੜੇਗਾ। ਭਾਵੇਂ ਮੇਰੇ ਗੁਰੂ ਨਾਨਕ ਪਿਤਾ ਨੇ ਇਹਦਾ ਖੁਲਾਸਾ ਆਸਾ ਕੀ ਵਾਰ ਦੀ 6ਵੀਂ ਪੌੜੀ ਦੇ ਨਾਲ ਸ਼ਲੋਕਾਂ ਵਿੱਚ ਕਰ ਦਿੱਤਾ ਏ। ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬਪੜੀ ਝੜ ਝੜ ਪਵੇਂ ਅੰਗਿਆਰ। ਸੜਨਾ ਤੁਹਾਨੂੰ ਵੀ ਪੈਂਦਾ, ਜਿੰਨਾ ਮਰਜ਼ੀ ਆਖੋ ਅਸੀਂ ਨਹੀਂ ਸੜਦੇ। ਤੇ ਉਸ ਵੇਲੇ ਸੜ ਕੇ ਤਾਂ ਸਤਿਗੁਰੂ ਕਹਿੰਦੇ ਨੇ ਨਾਪਾਕ ਮੌਤੇ ਮਰਿਆ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ, ਕਾੜ ਕੁਠਾਰ ਖਸਮ ਸਿਰ ਕਾਟਿਆ। ਮੇਰੇ ਮਾਲਕ ਨੇ ਕੁਠਾਰ ਕੁਹਾੜੇ ਨੂੰ ਕਹਿੰਦੇ ਨੇ, ਹਾਲਾਂਕਿ ਕੁਹਾੜੇ ਦਾ ਸਿਰ ਨਹੀਂ ਕੱਟਿਆ ਗਿਆ, ਸੜ ਕੇ ਮਰਿਆ, ਪਰ ਸਤਿਗੁਰੂ ਨੇ ਸ਼ਬਦ ਵਰਤੇ ਨੇ ਸਿੰਬੋਲਿਕ ਤੌਰ ਤੇ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੇ ਹੋਏ ਗਿਆ ਹੈ ਖਾਕ, ਉਹ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ, ਉਹ ਤਿੰਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਮੇਰਾ ਕੁਝ ਨਹੀਂ, ਮੇਰੇ ਮਾਲਕ ਨੇ ਮੇਰਾ ਬਚਨ ਪੂਰਾ, ਮੈਂ ਬਲਿਹਾਰ ਜਾਵਾਂ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਤੋਂ, ਜਿਨੇ ਇਹ ਮੇਰਾ ਇਹ ਵਾਕ ਪੂਰਾ ਕੀਤਾ। ਵੇਖੋ ਇੱਥੇ ਆਪਣਾ ਆਪ ਨਹੀਂ ਜਤਾਇਆ ਕਿਤੇ ਵੀ ਕਿਤੇ। ਹੰਰੰਚਕ ਮਾਤਰ ਵੀ ਧੰਨ ਗੁਰੂ ਅਰਜਨ ਦੇ ਪਿਤਾ ਜੀ ਦੇ ਜੀਵਨ ਵਿੱਚੋਂ ਤੁਹਾਨੂੰ ਕਿਤੇ ਵੀ ਹੰਕਾਰ, ਕਿਤੇ ਲੇਸ ਮਾਤਰ ਵੀ ਨਾ। ਨਹੀਂ ਤੇ ਬੜੇ ਜਰਾ ਜਾ ਕਿਸੇ ਨੂੰ ਕਵਿਤਾ ਲਿਖਣੀ ਆ ਜਾਏ, ਆ ਗਾਲਿਬ ਦੇ ਬਾਰੇ ਤੁਸੀਂ ਸੁਣਦੇ, ਸਾਰੀ ਉਮਰ ਸ਼ਰਾਬ ਵਿੱਚ ਪੀਂਦਾ ਹੀ ਮਰ ਗਿਆ, ਕਹਿੰਦੇ ਸ਼ਰਾਬ ਤੋਂ ਬਿਨਾਂ ਕਵਿਤਾ ਹੀ ਨਹੀਂ ਉਚਰਦੀ। ਤੇ ਜਿਹੜੀ ਕਵਿਤਾ ਸ਼ਰਾਬ ਪੀ ਕੇ ਉਤਰਦੀ ਹੈ, ਤੇ ਜੇ ਇਹੋ ਜਿਹੀ ਕਵਿਤਾ ਨੂੰ ਪੜ੍ਹੋਗੇ, ਉਹ ਕਵਿਤਾ ਪੜ੍ਹ ਕੇ ਤੁਸੀਂ ਬ੍ਰਹਮ ਗਿਆਨੀ ਬਣ ਜਾਓਗੇ, ਕਿ ਤੁਹਾਨੂੰ ਧਰਮ ਦੀ ਸੂਝ ਆ ਜਾਏਗੀ। ਜਿਹੜਾ ਸ਼ਰਾਬ ਪੀ ਕੇ ਲਿਖਦਾ ਪਿਆ, ਪਰ ਇੱਥੇ ਸਤਿਗੁਰੂ ਕਹਿੰਦੇ ਨੇ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਆਪ ਕੁਝ ਨਹੀਂ ਜਾਣਦਾ, ਮੇਰੀ ਸੁਰਤ ਜਦੋਂ ਤੇਰੇ ਨਾਲ ਜੁੜ ਜਾਂਦੀ ਹੈ ਮੇਰੇ ਮਾਲਕਾ, ਆਪੇ ਤੂੰ ਪ੍ਰੇਰਨਾ ਦਿੰਦਾ, ਉਸ ਵੇਲੇ ਬਾਣੀ ਉਚਾਰਨ ਕਰਵਾਉਂਦਾ, ਮੈਂ ਨਾਲ ਨਾਲ ਲਿਖ ਦਿੰਦਾ। ਫੇਰ ਵੇਖੋ ਗੁਰਦੇਵ ਪਿਤਾ ਜੀ ਦੇ ਘਰ ਵਿੱਚ ਪੁੱਤਰ ਦੀ ਦਾਤ ਪ੍ਰਿੰਸੀਪਲ ਸਤਬੀਰ ਸਿੰਘ ਤੇ ਕਹਿੰਦੇ ਨੇ 11 ਸਾਲ ਦੀ ਉਮਰ 'ਚ ਹੀ ਵਿਆਹ ਹੋ ਗਿਆ ਗੁਰੂ ਅਰਜਨ ਦੇਵ ਪਿਤਾ ਦਾ। ਹੁਣ ਸੱਚਾਈ ਕਿੰਨੀ ਕੁ ਹੈ ਮੈਨੂੰ ਨਹੀਂ ਪਤਾ। ਉਹ ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਵਿਆਹ ਹੋ ਗਿਆ ਸੀ। 11 ਸਾਲ ਦੀ ਉਦੋਂ ਉਮਰ ਸੀ ਜਦੋਂ ਗੁਰੂ ਅਮਰਦਾਸ ਜੋਤੀ ਜੋਤ ਸਮਾਏ ਨੇ, ਕੋਈ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ। ਤੇ ਵੇਖੋ ਜੇ ਆਪਾਂ ਕਹੀਏ 1574 ਵਿੱਚ ਗੁਰੂ ਸਾਹਿਬ ਜੀ ਦਾ ਵਿਆਹ ਹੋਇਆ ਹੈ, ਤੇ 71 ਵਿੱਚ ਕਿੰਨੇ ਸਾਲ ਜੋੜੋਗੇ ਤੇ 95 ਬਣਦਾ ਜਾ ਕੇ ਲਗਭਗ 24 ਸਾਲ। ਵਿਆਹ ਤੋਂ 24 ਸਾਲ ਬਾਅਦ ਜਾ ਕੇ ਨਿਰੰਕਾਰ ਨੇ ਪੁੱਤਰ ਦੀ ਦਾਤ ਦਿੱਤੀ ਹੈ, ਜਿਹਦਾ ਜ਼ਿਕਰ ਕੀਤਾ ਗੁਰਦੇਵ ਪਿਤਾ ਨੇ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਪਹਿਲਾਂ ਤੇ ਪ੍ਰਿਥੀ ਚੰਦ ਇਹ ਸੋਚਦਾ ਸੀ ਮੈਨੂੰ ਗੁਰਿਆਈ ਮਿਲੀ, ਕੋਈ ਗੱਲ ਨਹੀਂ, ਇਹਨਾਂ ਦੇ ਘਰ ਕਿਹੜੀ ਔਲਾਦ ਹੈ, ਹੁਣ ਨਾ ਹੋਣੀ, ਹੁਣ ਤੱਕ ਨਹੀਂ ਹੋਈ ਤੇ ਹੁਣ ਕਿੱਥੋਂ ਹੋ ਜਾਣੀ ਹੈ। ਤੇ ਆਖਣ ਲੱਗਾ ਬਸ ਹੁਣ ਤੇ ਵਾਰੇ ਨਿਆਰੇ ਨੇ, ਕਿਉਂਕਿ ਪ੍ਰਿਥੀ ਚੰਦ ਗੁਰਗੱਦੀ ਨੂੰ ਇਹ ਸਮਝਦਾ ਸੀ ਕੇਵਲ ਲੋਕੀ ਭੇਟਾਵਾਂ ਲੈ ਕੇ ਆਉਂਦੇ ਨੇ, ਆ ਕੁਝ ਕਰਨਾ। ਇਹ ਨਹੀਂ ਸੀ ਪਤਾ ਇਸ ਗੱਦੀ ਤੇ ਜਿਹੜਾ ਬੈਠਦਾ ਉਹਨੂੰ ਤੱਤੀਆਂ ਤਵੀਆਂ ਤੇ ਵੀ ਸੜਨਾ ਪੈ ਸਕਦਾ ਹੈ, ਉਹਨੂੰ ਤੱਤਾ ਰੇਤਾ ਵੀ ਆਪਣੇ ਸੀਸ ਵਿੱਚ ਪਵਾਉਣਾ ਪੈ ਸਕਦਾ ਹੈ। ਇਹ ਤੇ ਉਹਨੂੰ ਪਤਾ ਨਹੀਂ ਸੀ ਨਾ। ਉਹ ਤੇ ਬਸ ਵੇਖਦਾ ਸੀ ਪਿਛਲੇ ਗੁਰੂ ਸਾਹਿਬਾਨਾਂ ਦਾ ਇਤਿਹਾਸ, ਵੀ ਲੋਕੀ ਬੜਾ ਕੁਝ ਲੈ ਕੇ ਆਉਂਦੇ ਨੇ। ਇਸ ਕਰਕੇ ਫਿਰ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਨਾ, ਉਸ ਵੇਲੇ ਵੀ ਇਹਨੇ ਬੜੇ 4 ਵਾਰ ਕੀਤੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੇ, ਤਾਂ ਕਿ ਇਹਨੂੰ ਖਤਮ ਕਰ ਦੇਵਾਂ ਤੇ ਬਾਅਦ ਵਿੱਚ ਮੇਰਾ ਪੁੱਤਰ ਇਸ ਗੱਦੀ ਦਾ ਵਾਰਸ ਬਣ ਜਾਏ। ਇੰਨਾ ਵਿਰੋਧ, ਵੱਡਾ ਭਰਾ ਹੋਣ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਇੱਕ ਦਿਨ, ਇੰਨਾ ਵਿਰੋਧ ਕੀਤਾ। 4 ਵਾਰੀ ਇੱਕ ਦਾਈ ਨੂੰ ਭੇਜਿਆ ਗਿਆ ਥਣਾ ਉੱਤੇ ਜ਼ਹਿਰ ਲਗਾ ਕੇ, ਬੱਚੇ ਨੂੰ ਚੁੱਕੀ, ਦੁੱਧ ਪੀਣ ਦੇ ਬਹਾਨੇ ਦੁੱਧ ਪੀਵੇਗਾ, ਜ਼ਹਿਰ ਮੂੰਹ ਜਾਵੇਗਾ। ਪਰ ਨਿਰੰਕਾਰ ਦੀ ਐਸੀ ਭਾਵਨਾ ਯਾਦ ਰੱਖਣਾ, ਗੁਰੂ ਅਰਜਨ ਦੇ ਪਿਤਾ ਦੇ ਬਚਨ ਚੇਤੇ ਰੱਖਿਓ, ਮਾਰੇ ਨਾ ਰਾਖੈ
ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ। ਦੂਜੇ ਪਾਸੇ ਇਹ ਵੀ ਹੈ, ਮਾਨਸ ਯਤਨ ਕਰਤ ਬਹੁ ਭਾਂਤ ਤਿਸਕੇ ਕਰਤਬ ਬਿਰਥੇ ਜਾਤ। ਨਾ ਤੁਸੀਂ ਆਪਣੀਆਂ ਸਿਆਣਪਾਂ ਨਾਲ ਆਪਣੇ ਆਪ ਨੂੰ ਬਚਾ ਸਕਦੇ ਹੋ, ਤੇ ਨਾ ਹੀ ਤੁਸੀਂ ਕਿਸੇ ਕੋਈ ਤੁਹਾਨੂੰ ਮਾਰਨਾ ਚਾਹੇ ਕੋਈ ਮਾਰ ਸਕਦਾ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ। ਖਿਡਾਵੇ ਰਾਹੀਂ ਦਹੀਂ ਵਿੱਚ ਜ਼ਹਿਰ ਪਿਲਾ ਕੇ ਕਿਤੇ ਸਪੇਰਾ ਭੇਜਦੇ ਨੇ, ਕਿਤੇ ਕੁਝ ਕਰਦੇ ਨੇ। ਕਮਾਲ ਹੋ ਗਈ। ਪਰ ਹਰ ਪੱਖ ਤੋਂ ਤੇ ਇਹ ਵੀ ਬਚਨ ਸਾਖੀ ਗੁਰੂ ਗ੍ਰੰਥ ਸਾਹਿਬ ਅੰਦਰ ਹੈ, ਵੱਡੀ ਆਰਜਾ ਹਰ ਗੋਬਿੰਦ ਕੀ। ਜਿਹਦੀ ਉਮਰ ਹੀ ਵੱਡੀ ਹੋਵੇ ਉਹਨੂੰ ਕੌਣ ਮਾਰ ਸਕਦਾ ਹੈ? ਕਿ ਕੋਈ ਮਾਰ ਸਕਦਾ ਇਹਨੂੰ? ਲੱਖ ਕੋਈ ਯਤਨ ਕਰੇ ਨਹੀਂ ਮਾਰ ਸਕਦਾ। ਸਾਡੇ ਕੋਲ ਇਹ ਪ੍ਰਤੱਖ ਸਬੂਤ ਨੇ ਗੁਰੂ ਕੇ ਪਿਆਰ ਵਾਲਿਓ, ਨਹੀਂ ਮਾਰ ਸਕਿਆ। ਮੈਂ ਬੇਨਤੀ ਕਰਾਂ ਸਭ ਪ੍ਰਿਥੀ ਚੰਦ ਨੇ ਹਰ ਪੱਖ ਤੋਂ ਸਾਰੇ ਹੀਲੇ ਵਰਤੇ। ਤੇ ਦੂਜੇ ਪਾਸੇ ਇਹ ਵੀ ਜਹਾਂਗੀਰ ਬਾਦਸ਼ਾਹ ਨੇ ਵੀ ਗੁਰੂ ਅਰਜਨ ਦੇ ਪਿਤਾ ਜੀ ਨੂੰ ਜਦੋਂ ਲਾਹੌਰ ਬੁਲਾਇਆ ਤੇ ਸਤਿਗੁਰੂ ਜਾਣ ਲੱਗੇ ਕਹਿੰਦੇ ਨੇ, ਵੇਖੋ ਪਹਿਲਾਂ ਪਿਆਰ ਨਾਲ ਸਮਝਾਉਣਾ ਪੈਂਦਾ ਕਿਸੇ ਨੂੰ। ਜੇ ਸਮਝਾ ਕੇ ਨਾ ਮੰਨੇ ਤੇ ਫਿਰ ਕਹਿੰਦੇ ਨੇ ਉਹਦੇ ਬਦਲੇ ਥੋੜੀ ਕੁਰਬਾਨੀ ਵੀ ਦੇ ਦਿਓ, ਕੋਈ ਗੱਲ ਨਹੀਂ। ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ 1469 ਤੋਂ ਲੈ ਕੇ 1606 ਤੱਕ ਇਹਨਾਂ ਜਿਹੜਾ ਵਿਰੋਧ ਕਰਨ ਵਾਲੇ ਨੇ ਇਹਨਾਂ ਨੂੰ ਪਿਆਰ ਨਾਲ ਸਮਝਾਇਆ। ਅਸੀਂ ਕਿਸੇ ਦੇ ਵਿਰੋਧੀ ਨਹੀਂ ਹਾਂ, ਇਹ ਗੱਲ ਪੱਲੇ ਬੰਨ ਲਿਓ। ਸਾਡਾ ਕਿਸੇ ਨਾਲ ਕੋਈ ਵੈਰ ਭਾਵਨਾ ਨਹੀਂ। ਐਵੇਂ ਥੋੜਾ ਗੱਜ ਵੱਜ ਕੇ ਗੁਰਬਾਣੀ ਅੰਦਰ ਕਿਹਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਤੇ ਸਾਈਂ ਮੀਆਂ ਮੀਰ ਨੇ ਆਖਿਆ ਸੀ, ਸੱਚੇ ਪਾਤਸ਼ਾਹ ਤੁਸੀਂ ਬਾਣੀ ਵਿੱਚ ਤੇ ਬੜਾ ਮੈਂ ਪੜ੍ਹਿਆ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਖਾ, ਤਾਂ ਮੇਲ ਕੀਓ ਮੇਰੇ ਰਾਜਨ। ਤੁਹਾਡੇ ਅੱਜ ਸਾਰੇ ਵੈਰੀ ਕਿੱਥੋਂ ਖੜੇ ਹੋ ਗਏ? ਮੈਂ ਚਾਰ ਚੁਫੇਰੇ ਵੇਖਦਾ ਤੁਹਾਡੇ ਦੁਸ਼ਮਣ ਹੀ ਦੁਸ਼ਮਣ ਨੇ, ਤੁਸੀਂ ਕਹਿੰਦੇ ਹੋ ਮੇਰਾ ਕੋਈ ਦੁਸ਼ਮਣ ਹੀ ਨਹੀਂ। ਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੇ ਸਾਈਂ ਮੀਆਂ ਮੀਰ ਨੂੰ ਇਹ ਗੱਲ ਆਖੀ ਸੀ, ਸਾਈਂ ਮੀਆਂ ਮੀਰ ਮੈਂ ਅੱਜ ਵੀ ਸੱਚ ਜਾਣੀ, ਮੇਰਾ ਕੋਈ ਦੁਸ਼ਮਣ ਕੋਈ ਨਹੀਂ। ਅੱਜ ਵੀ ਮੇਰਾ ਕੋਈ ਦੁਸ਼ਮਣ ਨਹੀਂ। ਸੱਚ ਜਾਣਨਾ, ਜੇ ਕੋਈ ਦੁਸ਼ਮਣ ਹੋਵੇ ਤੇ ਬੰਦਾ ਉਹਦੇ ਵਾਸਤੇ ਐਸੇ ਬਚਨ ਬੋਲਦਾ ਏ, ਪਰ ਮੇਰੇ ਗੁਰਦੇਵ ਪਿਤਾ ਜੀ ਦੇ ਮੂੰਹ ਦੇ ਉੱਤੇ ਕੋਈ ਐਸਾ ਕੌੜਾ ਬਚਨ ਕੋਈ ਨਹੀਂ ਆਇਆ ਜਿਹੜੇ ਕਹਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਸਤਿਗੁਰੂ ਮਿੱਠ ਬੋਲੜਿਆਂ ਨਾਲ ਜੁੜੇ ਨੇ, ਆਪ ਮਿੱਠ ਬੋਲੇ ਨੇ। ਕਵਿਤਾ ਵਿੱਚ ਵੀ ਜ਼ਿਕਰ ਆ ਰਿਹਾ ਸੀ ਨਾ, ਜੇਠ ਦਾ ਮਹੀਨਾ ਤੱਤਾ, ਤਵੀ ਤੱਤੀ, ਦੇਗ ਦਾ ਪਾਣੀ ਤੱਤਾ, ਰੇਤਾ ਤੱਤਾ, ਜਹਾਂਗੀਰ ਤੱਤਾ, ਉਹ ਚੰਦੂ ਤੱਤਾ, ਸਾਰੇ ਭਗਤ ਤੱਤੇ, ਸ਼ੇਖ ਅਹਿਮਦ ਸਰਹੰਦੀ ਤੱਤਾ, ਸ਼ੇਦ ਫਰੀਦ ਬੁਖਾਰੀ ਤੱਤਾ। ਸਾਰੇ ਤੱਤਿਆਂ ਵਿੱਚ ਜੇ ਕੋਈ ਘਿਰਿਆ ਹੋਇਆ ਤੇ ਉਹ ਠੰਡ ਦੇ ਸੋਮੇ ਨੇ, ਸ਼ਾਂਤੀ ਦੇ ਪੁੰਜ ਨੇ। ਮੇਰੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਜਿਹੜੇ ਤੱਤੀ ਤਵੀ ਤੇ ਬੈਠ ਕੇ ਵੀ ਸਾਰਿਆਂ ਦਾ ਭਲਾ ਪਿਆ ਲੋਚਦੇ ਨੇ। ਕਦੀ ਕਿਸੇ ਨੂੰ ਕੋਈ ਆਪਾਂ ਜਿਹੜੀ ਸ਼ਰਾਪ ਦੀ ਗੱਲ ਕਰਦੇ ਹਾਂ, ਸ਼ਰਾਪ ਦਿੱਤਾ ਹੋਵੇ ਕੋਈ ਐਸਾ ਨਾ ਕਦੀ ਨਹੀਂ ਕੀਤਾ ਮੇਰੇ ਗੁਰੂ ਅਰਜਨ ਦੇਵ ਪਿਤਾ ਜੀ ਨੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਉਸ ਵੇਲੇ ਹੀ ਕਹਿੰਦੇ ਨੇ ਹੁਣ ਸਮਾਂ ਆ ਰਿਹਾ ਹੈ ਸ਼ਸਤਰ ਤੇ ਨਾਲ ਸ਼ਾਸਤਰ ਦੇ ਨਾਲ ਨਾਲ ਇਹ ਸ਼ਸਤਰ ਇਹ ਵੀ ਧਾਰਨ ਕਰਨੇ ਪੈਣਗੇ। ਦੋ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨੀਆਂ। ਤੇ ਫਿਰ ਗੁਰਦੇਵ ਪਿਤਾ ਨੇ ਇਸੇ ਕਰਕੇ ਹੀ ਪਹਿਲਾ ਪਿਆਰ ਨਾਲ ਸਮਝਾਉਣਾ, ਦੂਜਾ ਕੁਰਬਾਨੀ, ਤੀਜਾ ਜੇ ਨਾ ਜੇ ਕੋਈ ਮੰਨੇ ਫਿਰ ਉਹਦੇ ਵਾਸਤੇ ਸ਼ਸਤਰ ਨੂੰ ਹੱਥ ਪਾਉਣਾ ਫਿਰ ਜਾਇਜ਼। ਇਸ ਤਰ੍ਹਾਂ ਗੁਰੂ ਅਰਜਨ ਦੇਵ ਪਿਤਾ ਜੀ ਨੂੰ 5 ਦਿਨ ਲਗਾਤਾਰ ਤਸੀਹੇ ਦੇ ਕੇ ਗੁਰਦੇਵ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ। ਯਾਸਾ ਅਤੇ ਸਿਆਸਤ ਇਹਨਾਂ ਦਾ ਕਾਨੂੰਨ ਹੈ। ਜਦੋਂ ਸ਼ਹੀਦ ਕਰਦੇ ਨੇ ਨਾ ਕਿਸੇ ਨੂੰ, ਖੂਨ ਧਰਤੀ ਤੇ ਨਾ ਡੁੱਲਿਆਂ ਦਾ ਮਨ ਵਿੱਚ ਵਹਿਮ ਹੁੰਦਾ ਹੈ, ਜਿੰਨੇ ਖੂਨ ਦੇ ਤੁਪਕੇ ਧਰਤੀ ਤੇ ਡੁੱਲਣਗੇ ਨਾ ਉਨੇ ਹੋਰ ਸ਼ਹੀਦ ਪੈਦਾ ਹੋਣਗੇ। ਇਸ ਕਰਕੇ ਗੁਰਦੇਵ ਪਿਤਾ ਨੂੰ ਇਤਿਹਾਸਕਾਰ ਤੇ ਪੱਥਰ ਮਾਰ ਕੇ ਵੀ ਪੱਥਰ ਵੀ ਮਾਰੇ ਗਏ ਗੁਰਦੇਵ ਪਿਤਾ ਨੂੰ। ਦੇਗ 'ਚ ਵੀ ਉਬਾਲਿਆ ਗਿਆ, ਤਤੀ ਤਵੀ ਤੇ ਬਿਠਾਇਆ ਵੀ ਗਿਆ, ਰੇਤ ਵੀ। ਫਿਰ ਸਤਿਗੁਰੂ ਦਾ ਜਿਹੜਾ ਸਰੀਰ ਬਿਲਕੁਲ ਚਮੜੀ ਅਲੱਗ ਹੋ ਗਈ ਸੀ, ਦੇਗ 'ਚ ਉਬਾਲ ਕੇ ਵੀ ਗੁਰਦੇਵ ਪਿਤਾ ਨੂੰ ਰਾਵੀ ਦਰਿਆ ਵਿੱਚ ਰੋੜ ਵੀ ਦਿੱਤਾ ਗਿਆ। ਅੱਜ ਉਹ ਡੇਰਾ ਸਾਹਿਬ ਗੁਰਦੁਆਰਾ ਤੁਸੀਂ ਜਾਂਦੇ ਹੋ ਦਰਿਆ ਦੇ ਕਿਨਾਰੇ, ਜਿਉਂ ਦਰਿਆ ਥੋੜ੍ਹਾ ਜਿਹਾ ਦੂਰ ਚਲਾ ਗਿਆ। ਐਸੇ ਗੁਰਦੇਵ ਪਿਤਾ ਸੱਚ ਜਾਨਣਾ ਗੁਰੂ ਕੇ ਪਿਆਰ ਵਾਲਿਓ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਕਿ ਬੇਨਤੀ ਵੀ ਕਰਨੀ ਬਾਅਦ ਵਿੱਚ। ਸਤਿਗੁਰਾਂ ਦਾ ਇੱਕ ਸਵਈਆ ਹੈ, ਭੱਟ ਸਾਹਿਬਾਨਾਂ ਦੇ ਸਵਈਆਂ ਤੋਂ ਪਹਿਲਾਂ ਗੁਰੂ ਅਰਜਨ ਦੇਵ ਪਿਤਾ ਦੇ ਸਵਈਏ ਆਉਂਦੇ ਨੇ। ਸਤਿਗੁਰੂ ਨੇ ਉੱਥੇ ਜਿਹੜਾ ਆਪਣੇ ਪਰਮੇਸ਼ਰ ਨਾਲ ਜੁੜਿਆ ਹੋਇਆ ਨਾ,
ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ। ਉਹਨੂੰ ਕੋਈ ਹਥਿਆਰ ਕੱਟ ਨਹੀਂ ਸਕਦਾ ਜਿਹੜਾ ਪ੍ਰਭੂ ਦੇ ਚਰਨ ਕਮਲਾਂ ਨਾਲ ਜੁੜਿਆ ਹੋਇਆ ਹੈ। ਦਾਮਨ ਬੰਧਿਓ ਨਾ ਜਾਤ ਵਿਧੇ ਮਨ ਦਰਸ਼ ਮਗ। ਉਹਨਾਂ ਨੂੰ ਰੱਸੀ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ ਜਿਹੜੇ ਪ੍ਰਭੂ ਦੇ ਰਸਤੇ ਵਿੱਚ ਸੁਰਤ ਲੱਗੀ ਹੋਈ ਹੈ। ਪਾਵਕ ਜਰਿਓ ਨਾ ਜਾਤ ਰਹੋ ਜਨ ਧੂਰ ਲੱਗ। ਉਹਨਾਂ ਨੂੰ ਅੱਗ ਸਾੜਨੀ, ਸਰੀਰ ਸੜ ਗਿਆ ਹੈ, ਸਿਧਾਂਤ ਨਹੀਂ ਸੜਨ ਦਿੱਤਾ, ਸੱਚ ਨੂੰ ਨਹੀਂ ਸੜਨ ਦਿੱਤਾ। ਨੀਰ ਨ ਸਾਕਸ ਬੋਰ ਚੱਲੇ ਖਰ ਪੰਥ ਪਗ। ਨਾਨਕ ਰੋਗ ਦੋਖ ਅਗ ਮੋਹ ਛਿਦੇ ਖਰ ਨਾਮ ਖੱਗ। ਉਹ ਜਿਨ੍ਹਾਂ ਨੇ ਵਿਕਾਰਾਂ ਉੱਤੇ ਪਹਿਲਾਂ ਹੀ ਜਿੱਤ ਪ੍ਰਾਪਤ ਕਰ ਲਈ, ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਗੁਰੂ ਕੇ ਪਿਆਰ ਵਾਲੇ, ਤੁਹਾਡੇ ਇਸ ਸਥਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6 ਜੁਲਾਈ ਤੋਂ ਲੈ ਕੇ 11-12 ਜੁਲਾਈ ਤੱਕ ਬੱਚਿਆਂ ਦਾ ਕੈਂਪ ਲੱਗ ਰਿਹਾ ਹੈ। ਜ਼ਿਆਦਾ ਜਾਣਕਾਰੀ ਲੈਣੀ ਹੈ, ਥੱਲੇ ਵੀਰ ਭੈਣਾਂ ਬੈਠੇ ਹੋਏ ਨੇ। ਜ਼ਰੂਰ ਆਪਣੇ ਬੱਚਿਆਂ ਨੂੰ, ਜੇ ਆਪਣੇ ਸਿੱਖੀ ਸਿਧਾਂਤਾਂ ਨਾਲ ਤੁਸੀਂ ਜੋੜ ਕੇ ਰੱਖਣਾ ਚਾਹੁੰਦੇ ਹੋ ਨਾ ਗੁਰੂ ਕੇ ਪਿਆਰ ਵਾਲਿਓ, ਤੇ ਸਾਨੂੰ ਇਹ ਜ਼ਰੂਰ ਇਹੋ ਜਿਹੇ ਕੈਂਪਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣਾ ਚਾਹੀਦਾ ਹੈ, ਤਾਂ ਕਿ ਸਾਡੇ ਬੱਚੇ ਗੁਰਮਤਿ ਸਿਧਾਂਤਾਂ ਤੋਂ ਜਾਣੂ ਹੋ ਸਕਣ। ਉੱਥੇ ਬੱਚਿਆਂ ਨੂੰ ਬੜੇ ਵਧੀਆ ਕੈਂਪਰ ਆ ਰਹੇ ਨੇ, ਤੁਹਾਨੂੰ ਜਿਹੜੇ ਬੱਚਿਆਂ ਨੂੰ ਗੁਰਸਿੱਖੀ ਵਾਲੀਆਂ ਗੱਲਾਂ ਗੁਰਮਤਿ ਨਾਲ ਜੋੜਨਗੇ, ਨਾਲ ਪੰਜਾਬੀ ਵੀ ਪੜ੍ਹਾਈ ਜਾਏਗੀ, ਹੋਰ ਵੀ ਬੜਾ ਕੁਝ ਦਿੱਤਾ ਜਾਏਗਾ। ਇਹ ਜਾਣਕਾਰੀ ਲੈਣ ਵਾਸਤੇ ਤੁਸੀਂ ਪ੍ਰਬੰਧਕ ਵੀਰਾਂ ਨੂੰ, ਥੱਲੇ ਵੀਰ ਬੈਠੇ ਨੇ, ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਦਸਰਾ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਦਾਤ ਗੁਰੂ ਅਰਜਨ ਦੇਵ ਪਿਤਾ ਜੀ ਨੇ ਰਹਿਮਤ ਬਖਸ਼ਿਸ਼ ਕੀਤੀ। ਗੁਰੂ ਕੇ ਪਿਆਰ ਵਾਲਿਓ, ਪੋਥੀ ਪਰਮੇਸ਼ਰ ਕਾ ਥਾਨ ਗੋਦ ਵਿੱਚ ਬਹਿ ਕੇ ਜਿਵੇਂ ਜਿਵੇਂ ਮੇਰੇ ਗੁਰੂ ਨੇ ਮੈਨੂੰ ਪ੍ਰੇਰਨਾ ਦਿੱਤੀ, ਸੁਮਤ ਦਿੱਤੀ, ਉਸ ਆਧਾਰ 'ਤੇ ਆਪ ਦੇ ਨਾਲ ਗੁਰ ਇਤਿਹਾਸਕ ਵਿਚਾਰਾਂ ਨਾਲ ਕੁਝ ਗੁਰਮਤਿ ਸਿਧਾਂਤਾਂ ਦੀ ਵੀ ਗੱਲਾਂ ਕੀਤੀਆਂ ਨੇ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ। ਅਸੀਂ ਜੋ ਗੁਰਪੁਰਬ ਮਨਾ ਰਹੇ ਹਾਂ, ਇਹਦਾ ਭਾਵ ਬਸ ਇਹੀ ਹੈ ਕਿ ਸਾਨੂੰ ਵੀ ਕੱਲ੍ਹ ਨੂੰ ਕਿਤੇ ਕੋਈ ਐਸੀ ਕਿਤੇ ਲੋੜ ਪੈ ਜਾਵੇ ਨਾ, ਆਪਾਂ ਆਪਣੇ ਸਿਧਾਂਤਾਂ ਨੂੰ ਨਾ ਛੱਡੀਏ, ਸੱਚ ਦਾ ਪੱਲਾ ਨਾ ਛੱਡੀਏ। ਕੂੜ ਨੇ ਖੁੱਟੇ ਨਾਨਕਾ, ਓੜਕ ਸੱਚ ਰਹੀ ਵਾਲੀ ਇਹ ਗੱਲ ਚੇਤੇ ਰੱਖਿਓ। ਅੱਜ ਦੇ ਪੁਰਬ ਤੋਂ ਇਹ ਸਿੱਖਿਆ ਲੈ ਕੇ ਜਾਇਓ, ਆਪਣੇ ਸਿੱਖੀ ਸਿਧਾਂਤਾਂ ਉੱਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣਾ। ਸਿਰ ਜਾਂਦਾ ਚਲਾ ਜਾਏ, ਕੁਝ ਵੀ ਹੋ ਜਾਵੇ, ਕੁਝ ਵੀ ਕੁਰਬਾਨੀ ਕਰਨੀ ਪੈ ਜਾਏ, ਸੱਚ ਦਾ ਪੱਲਾ ਨਹੀਂ ਛੱਡਣਾ। ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਪਿਆਰ ਨਾਲ ਗੁਰੂ ਕੇ ਬਚਨ ਸਰਵਣ ਕੀਤੇ ਨੇ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।